126, noes 325. So noes have it. Motion is negative. ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ ਤੇ ਬੇਭਰੋਸਗੀ ਦਾ ਮਤਾ। ਹੁਣ ਤੱਕ ਤਾਂ ਤੁਸੀਂ ਬਹੁਤ ਕੁਝ ਵੇਖ ਲਿਆ, ਪੜ੍ਹ ਲਿਆ। ਰਾਹੁਲ ਗਾਂਧੀ ਨੇ ਪਾਈ ਪ੍ਰਧਾਨ ਮੰਤਰੀ ਨੂੰ ਜੱਫੀ, ਫਿਰ ਉਹ ਅੱਖ ਮਾਰੀ, ਵਾਟਐਵਰ ਟੂ ਮਚ। ਉਹਦੇ ਵਿੱਚੋਂ ਕੁਝ ਵੀ ਮਹੱਤਵਪੂਰਨ ਨਹੀਂ ਹੈ। ਮੈਨੂੰ ਪਤਾ ਹੈ ਅਖਬਾਰਾਂ ਟੀਵੀ ਦੇ ਉੱਤੇ ਇਸ ਦਾ ਬੜਾ ਰੌਲਾ ਪਿਆ ਹੋਏਗਾ, ਇਹ ਫੋਟੋਆਂ ਬਾਰ-ਬਾਰ ਦਿਖਾਈਆਂ ਜਾ ਰਹੀਆਂ ਹੋਣਗੀਆਂ, ਪਰ ਕੁਝ ਹੋਰ ਇੰਪੋਰਟੈਂਟ ਹੈ, ਕੁਝ ਹੋਰ ਖਾਸ ਹੈ। ਇਹ ਕੋਈ ਫੀਫਾ ਦਾ ਫੁੱਟਬਾਲ ਵਰਲਡ ਕੱਪ ਨਹੀਂ ਸੀ ਜਿੱਥੇ ਪਤਾ ਨਹੀਂ ਲੱਗਦਾ ਕਿ ਕਦੋਂ ਬ੍ਰਾਜ਼ੀਲ ਤੇ ਅਰਜਨਟੀਨਾ ਬਾਹਰ ਹੋ ਜਾਣ। ਇੱਥੇ ਤਾਂ ਮੈਚ ਤੋਂ ਪਹਿਲਾਂ ਹੀ ਦੋਨਾਂ ਧਿਰਾਂ ਨੂੰ ਪਤਾ ਸੀ ਕਿ ਉਹਨਾਂ ਕੋਲ ਕਿੰਨੀਆਂ ਵੋਟਾਂ। ਪਹਿਲੇ ਹੀ ਪਤਾ ਸੀ ਕੌਣ ਸਰਕਾਰ ਦੇ ਨਾਲ ਹੋਵੇਗਾ, ਕੌਣ ਵਿਰੁੱਧ ਹੋਵੇਗਾ ਤੇ ਕੌਣ ਉਹ ਬਾਹਰ ਨਾਅਰੇਬਾਜ਼ੀ ਕਰੇਗਾ। ਫਿਰ ਇਸ ਇੰਨੇ ਵੱਡੇ ਤਮਾਸ਼ੇ ਦੀ ਕੀ ਮਹੱਤਤਾ ਹੈ? ਸਰਕਾਰ ਦੇ ਖਿਲਾਫ ਬੇਭਰੋਸਗੀ ਦਾ ਮਤਾ, 12 ਘੰਟੇ ਲੰਬੀ ਬਹਿਸ, ਧੂਆਂਧਾਰ ਤਕਰੀਰਾਂ, ਦੇ ਫਾਇਰ ਤੇ ਫਾਇਰ, ਉਹ ਸਰਜੀਕਲ ਸਟ੍ਰਾਈਕ ਦੇ ਉੱਤੇ ਜੁਮਲਾ ਸਟ੍ਰਾਈਕ ਵਿੱਚ ਫਰਾਂਸ ਦੇ ਲੜਾਕੇ ਜਹਾਜ਼ ਦੀ ਡੀਲ ਵਾਲੀ ਬੰਬਾਰੀ, ਕੱਢ ਕੇ ਇਤਿਹਾਸ ਦੇ ਤਰਕਸ਼ ਵਿੱਚੋਂ ਤੀਰ ਤੇ ਨਿਸ਼ਾਨੇ ਫੁੰਡੇ ਜਾ ਰਹੇ ਸਨ। ਭਗਵਾਨ ਰਾਮ ਦਾ ਨਾਮ ਲਿਆ ਜਾ ਰਿਹਾ ਸੀ, ਚੰਦਰਗੁਪਤ ਮੌਰਿਆ, ਪ੍ਰਿਥਵੀ ਰਾਜ, ਸ਼ਿਵਾਜੀ, ਇਹਨਾਂ ਸਾਰਿਆਂ ਤੋਂ ਕੰਮ ਲਿਆ ਜਾ ਰਿਹਾ ਸੀ। ਭਗਵਾਨ ਸ਼ਿਵ ਜੀ ਦਾ ਵੀ ਵਰਣਨ ਸੀ। ਵਿੱਚ ਕਿਤੇ ਕਿਸਾਨ, ਦਲਿਤ, ਗਰੀਬ, ਮਹਿਲਾ ਬਾਰੇ ਵੀ ਜ਼ਿਕਰ ਸੀ ਤੇ ਇਹ ਸਭ ਤੁਹਾਡੇ ਨਾਮ ਤੇ ਕੀਤਾ ਜਾ ਰਿਹਾ ਸੀ। 126 ਦੇ ਮੁਕਾਬਲੇ 325 ਵੋਟਾਂ ਨਾਲ ਸਰਕਾਰ ਨੇ ਬੇਭਰੋਸਗੀ ਦੇ ਮਤੇ ਨੂੰ ਹਰਾ ਦਿੱਤਾ, ਪਰ ਨਤੀਜਾ ਇਹੋ ਜਿਹਾ ਹੋਵੇਗਾ ਇਹ ਤਾਂ ਪਹਿਲਾਂ ਹੀ ਪਤਾ ਸੀ। ਫਿਰ ਉਹ ਨਤੀਜਾ ਕਿਹੜਾ ਹੈ, ਉਹ ਨਿਸ਼ਾਨਾ ਕਿਹੜਾ ਹੈ, ਉਹ ਮੰਤਵ ਕਿਹੜਾ ਹੈ ਜਿਹਦੇ ਲਈ ਸਾਰਾ ਟਿਲ ਲਾਇਆ, ਹਾਏ ਕੀਤੀ, ਜੱਫੀਆਂ ਪਾਈਆਂ ਤੇ ਇੱਕ ਦੂਜੇ ਦੀ ਧੁਲਾਈ ਕੀਤੀ? ਇਸ ਸਾਰੇ ਨੂੰ ਸਮਝਣ ਲਈ ਸਾਡੇ ਨਾਲ ਜੁੜ ਰਹੇ ਨੇ ਅੱਜ ਪੋਲੀਟੀਕਲ ਸਾਇੰਟਿਸਟ ਡਾਕਟਰ ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਜੀ, ਪੰਜਾਬ ਯੂਨੀਵਰਸਿਟੀ ਦੇ ਨਾਲ ਵਾਬਸਤਾ ਨੇ। ਸਾਡੇ ਨਾਲ ਜੁੜ ਰਹੇ ਨੇ ਬੀਜੇਪੀ ਦੇ ਪ੍ਰਵਕਤਾ ਅਨਿਲ ਸਰੀਨ ਜੀ। ਅਨਿਲ ਸਰੀਨ ਜੀ ਬਹੁਤ ਹੀ ਸੀਨੀਅਰ ਅਹੁਦਿਆਂ ਤੇ ਰਹੇ ਨੇ, ਬੀਜੇਪੀ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਰਹੇ ਨੇ, ਆਪਣੀ ਪਾਰਟੀ ਦਾ ਪੱਖ ਰੱਖਣਗੇ। ਵੈਸੇ ਅਸੀਂ ਸਿਆਸੀ ਤੂ ਮੈਂ ਤੋਂ ਬਚਣ ਲਈ ਕਿਸੇ ਹੋਰ ਸਿਆਸੀ ਪਾਰਟੀ ਦੇ ਨੁਮਾਇੰਦੇ ਨੂੰ ਇੱਥੇ ਨਹੀਂ ਬੁਲਾਇਆ। ਸਾਡੇ ਨਾਲ ਹਮੀਰ ਸਿੰਘ ਜੀ ਜੁੜ ਰਹੇ ਨੇ, ਬਹੁਤ ਹੀ ਸੀਨੀਅਰ ਪੱਤਰਕਾਰ ਨੇ, ਤੇ ਸਾਡੇ ਨਾਲ ਜੁੜ ਰਹੇ ਨੇ ਸੰਜੀਵ ਪਾਂਡੇ ਜੀ, ਜਿਹੜੇ ਹਿੰਦੁਸਤਾਨੀ ਪੋਲਿਟਿਕਸ ਦੇ, ਇਹਦੇ ਕਾਸਟ ਕੰਬੀਨੇਸ਼ਨਸ ਦੇ ਤੇ ਪਾਰਟੀਆਂ ਦੀ ਆਪਸੀ ਸਿਆਸਤ ਦੇ ਮਾਹਿਰ ਨੇ। ਕਿਉਂਕਿ ਮੈਂ ਦੱਸਿਆ ਹੋਰ ਕਿਸੇ ਪਾਰਟੀ ਦਾ ਨਹੀਂ ਬੁਲਾਇਆ ਤੇ ਤੁਸੀਂ ਫਿਰ ਬਾਕੀ ਬਚੀਆਂ ਸਾਰੀਆਂ ਪਾਰਟੀਆਂ, ਕਾਂਗਰਸ, ਲੈਫਟ, ਸਮਾਜਵਾਦੀ ਪਾਰਟੀ, ਉਹਨਾਂ ਸਾਰਿਆਂ ਦਾ ਤੇ ਫਿਰ ਨੁਮਾਇੰਦਾ ਮੈਨੂੰ ਹੀ ਸਮਝ ਲਵੋ। ਇਹ ਰੋਲ ਮੈਨੂੰ ਤੇ ਨਿਭਾਉਣਾ ਪਵੇਗਾ। ਪਰ ਆਸ਼ੂਤੋਸ਼ ਜੀ, ਵਾਏ 30 ਸਾਲਾਂ ਤੋਂ ਬਾਅਦ ਦੇਸ਼ ਵਿੱਚ ਇੱਕ ਸਿੰਗਲ ਪਾਰਟੀ ਦੀ ਮੈਜੋਰਿਟੀ ਸਰਕਾਰ ਹੈ, ਕਿਸੇ ਕਿਸਮ ਦਾ ਕੋਈ ਨੰਬਰਸ ਦਾ ਖਦਸ਼ਾ ਕਿਸੇ ਨੂੰ ਨਹੀਂ ਸੀ। ਜ਼ਾਹਿਰ ਹੈ ਨੋ ਕੌਨਫੀਡੈਂਸ ਮੋਸ਼ਨ ਤਾਂ ਇਸ ਲਈ ਮੂਵ ਕੀਤਾ ਗਿਆ ਕਿ ਇੱਕ ਪਲੇਟਫਾਰਮ ਮਿਲ ਜਾਏਗਾ ਜਿੱਥੇ ਅਸੀਂ ਸਰਕਾਰ ਨੂੰ ਕਾਰਨਰ ਕਰਾਂਗੇ, ਘੇਰਾਂਗੇ। ਤੇ ਸਰਕਾਰ ਨੇ ਸੋਚਿਆ ਆਣ ਦਿਓ, ਘੇਰਾਂਗੇ ਤੇ ਆਪਾਂ ਹੀ, ਕਿਉਂਕਿ ਉਹ ਘੇਰਨ ਵਾਲਾ ਤੇ ਵੱਡਾ ਓਰੇਟਰ ਜਿਹੜਾ ਸ਼ੇਰ ਹੈ ਉਹ ਸਾਡੇ ਕੋਲ ਹੈ ਨਰਿੰਦਰ ਮੋਦੀ ਦੇ ਰੂਪ ਵਿੱਚ। ਵੋਟਾਂ ਨੂੰ ਛੱਡੋ, ਉਹ ਜਿਹੜਾ 325 ਵਰਸਸ 126, ਦੈਟ ਅਪਾਰਟ, ਇਹ ਬਾਅਦ ਵਿੱਚ ਪੁੱਛਾਂਗੇ ਕੌਣ ਜਿੱਤਿਆ, ਇਹ ਖੇਡ ਖੇਡੇ क्यों? तो पहली चीज़ तो एज अ स्टूडेंट ऑफ इंडियन पॉलिटिक्स मैं कहना चाहूँगा कि मुझे बहुत खुशी हुई कि पार्लियामेंट चली और बहुत बढ़िया चली और अपोजिशन वाले भी सुन रहे थे और सभी को बोलने का मौका दिया गया, सभी ने एक दूसरे को सुना भी। One is this achievement. तो ये तो पिछली बार तो चल ही नहीं सी, तो ये तो एक बहुत अच्छी बात हुई कि ये कहते हैं डायलॉगिक डेमोक्रेसी, तो डेमोक्रेसी में, प्रजातंत्र में हमें एक दूसरे की बात सुननी चाहिए, तो उन्होंने सुनी। दूसरी बात, पार्लियामेंट जो है वो एक तरह से मिरर इमेज ऑफ द सोसाइटी है, खासकर लोकसभा। सभी नुमाइंदे चुनकर आते हैं, सभी पूरे देश के लोग आते हैं और मीडिया की वजह से, आप लोगों की वजह से सभी जगह एक मैसेज जाता है। तो हम कहते हैं ना पॉलिटिक्स एज अ थिएटर, तो थिएटरिक पॉलिटिक्स जिसको कहते हैं, पॉलिटिक्स एज नाटक हो रहा है, एज अ पॉलिटिक्स एज अ परफॉर्मेंस, राजनीति एक लेवल पे नाटक है, तो लोगों के सामने परफॉर्मेंस अच्छी कर रहे हैं। तो आज मीडिया ड्रिवन जो पॉलिटिक्स है उसमें इसका बड़ा रोल है। तो आपने कहा जो झप्पी और जादू की झप्पी एंड ऑल, इसका एक सिंबल जाता है। अच्छा, मुझे लगता है कि इसमें गेन हुआ है कांग्रेस को ज्यादा। क्यों गेन हुआ? मुझे ऐसा लगता है। देखिए, 2-3 चीजें मैं कहना चाहूंगा। एक तो कि बहुत दिनों से ऐसा आ रहा था कि कांग्रेस चूंकि 44 पे सिमट गई थी, तो क्या कांग्रेस अपोजिशन को एक लीड कर पाएगी? तो ये ऐसा लगा इसमें कि कांग्रेस कहीं ना कहीं लीडिंग पार्टी के रूप में आई। खासकर राहुल गांधी के लिए मैं कहूंगा कि राहुल गांधी हैज डेफिनेटली गेन्ड
क्योंकि राहुल गांधी के बारे में हमेशा सवालिया निशान होता था कि ये और मोदी जी हमेशा। आज आप देखिए तो आज पॉलिटिकल डिस्कोर्स में कहीं कहीं मोदी वर्सेस राहुल गांधी हो रहा है। अभी राहुल सक्सेसफुल तो राहुल की लीडरशिप के लिए अंडरलाइन कर पाए और उन्होंने जितने भी मुद्दे उठाए। तीसरी बात मैं ये कहना चाहूंगा कि 2019 है, चुनाव का समय, आपने देखिए अगर राहुल गांधी के भाषण को आप देखिए तो उन्होंने सारे इश्यूज उठाए, चाहे वो यूथ का मामला हो, पॉवर्टी का है, फार्मर्स का है, करप्शन का है, कॉर्पोरेट का, उन्होंने सारे मुद्दे उठाए और उनका कॉन्फिडेंस देखने लायक था। आज के राहुल गांधी को आप देखिए और आज से 3 साल पहले का देखिए, 4 साल पहले वो तो आते भी नहीं थे लोकसभा में। कर रहे हो भी राहुल गांधी की ਜਿਹੜੀ एक्टिंग है वो काफी ਵਧੀਆ रही पहले दी। एक्टिंग से कोई खास फर्क नहीं पड़ता, जैसे आपने खुद कहा जनता देखती रहती है। अभी चर्चा के पहले आप कह रहे थे, फिर अनिल सरीन जी तो ये पूछना ही नहीं भी कल सर एक्टर बेटर कौन सीगा। नरेंद्र मोदी ने बेटर एक्टिंग की है क्योंकि टीडीपी वाले कह रहे सी कि राहुल गांधी ने बेटर एक्टिंग की है। मैंने पता भी ਤੁਹਾਡੇ ਕੋਲ ਬਹੁਤਾ ਮਾਰਜਨ ਅਨਿਲ ਸਰੀਨ ਜੀ ਕੋਲ ਹੈ ਨਹੀਂਗਾ ਕਿ ਬਿਹਤਰ ਕਿਹਨੂੰ ਕਹਿਣਾ, ਇਸ ਲਈ ਆਪਾਂ ਉਹ ਸਵਾਲ ਨੂੰ ਛੱਡ ਦਿੰਨੇ ਆ। ਟੈਲ ਮੀ ਦਿਸ कि मोदी हरी ये नैरेटिव अपने हथी लै पाए ने अपने जवाब दे विच, क्योंकि दिन भर जिस तरह आशुतोष जी ने कहा और आशुतोष जी एक न्यूट्रल पोलिटिकल साइंटिस्ट ने कि राहुल गांधी मुद्दों नूं रेखांकित करने विच कामयाब होए, विच इज़ ऑल राइट, अपोजिशन तो यही उम्मीद होंदी है। मोदी होरी बीजेपी का कोई भी प्रवक्ता कहेगा कि मोदी जी ने पॉइंट बाय पॉइंट रिबटल दे दिता ते राहुल गांधी जी दे उत्ते गोल कर दिता। माई पॉइंट इज़ दिस कि बियॉन्ड यैस्टरडेज डिबेट, ये ਜਿਹੜਾ डिबेट ਜਿਹੜਾ 2 दिन पहला हो गया, इस तो बाद की बहुत ਵੱਡੇ ਲੈਵਲ ਤੇ बीजेपी ने गेन ਕੀਤਾ है ਜਾਂ ਕੀ ਉਹ ਇਹ ਗੱਲ ਸਮਝ ਗਈ ਹੈ ਕਿ ਹੁਣ ਸਾਨੂੰ ਇੱਕ ਜ਼ਿਆਦਾ ਕੋਹੇਸਿਵ ਆਪੋਜੀਸ਼ਨ ਦੇ ਨਾਲ ਨਜਿੱਠਣਾ ਪਵੇਗਾ? ਐਸਪੀ ਜੀ, ਸਭ ਤੋਂ ਪਹਿਲਾਂ ਤੇ ਮੈਂ ਆਸ਼ੂਤੋਸ਼ ਜੀ ਇਸ ਨਾਲ ਸ਼ੁਕਰ ਹੈ ਕਿ ਪਾਰਲੀਮੈਂਟ ਚੱਲੀ ਹੈ। क्योंकि शुक्र है कि सरकार सफल हुई पार्लियामेंट चलाने, क्योंकि जिम्मेवारी सरकार दी होती है, सरकार की जिम्मेवारी होती है और सरकार पार्लियामेंट चलाना पहला भी चाहती सी, हुण भी चाहती है। जी जी। लेकिन ओपोजिशन का ये सीगा कि उन्हें एक तहिया किया होया सी कि ਅਸੀਂ ਪਾਰਲੀਮੈਂਟ ਨਹੀਂ ਚੱਲਣ ਦੇਣੀ। ਨਹੀਂ, ਉਹਨਾਂ ਨੇ ਕਿਹਾ ਸੀ ਸਾਡਾ ਕੌਨਫੀਡੈਂਸ ਮੋਸ਼ਨ ਮੰਨ ਲਓ, ਐਸਾ ਹੀ ਤੁਸੀਂ ਮੰਨ ਲਿਆ ਗੱਲ ਪਈ। ਪਿਛਲਾ ਸੈਸ਼ਨ ਜਿਹੜਾ ਹੈਗਾ ਸਾਰਾ ਇਸੇ ਗੱਲ ਤੇ ਵਾਸ਼ ਆਊਟ ਹੋ ਗਿਆ ਸੀ ਸਾਰਾ। ਉਹਨਾਂ ਨੇ ਇਸ ਵਾਰੀ ਵੀ ਇਹ ਇਸ਼ੂ ਬਣਾਇਆ ਕਿ ਅਸੀਂ ਨੋ ਕੌਨਫੀਡੈਂਸ ਮੋਸ਼ਨ ਤੇ ਗੱਲ ਕਰਾਂਗੇ, ਸਰਕਾਰ ਸ਼ਾਇਦ ਨਹੀਂ ਮੰਨੂਗੀ ਤੇ ਅਸੀਂ ਇਹ ਵੀ ਵਾਸ਼ ਆਊਟ ਕਰ ਦਿਆਂਗੇ। ਉਹ ਇਸ ਗੱਲ ਤੋਂ ਉਹਨਾਂ ਦਾ ਅੰਦੇਸ਼ਾ ਇਸ ਗੱਲ ਤੋਂ ਹੋਰ ਜ਼ਿਆਦਾ ਪੁਖਤਾ ਹੋ ਜਾਂਦਾ ਹੈ। ਜਦੋਂ ਉਹਨਾਂ ਨੇ ਨੋ ਕਾਨਫਰੰਸ ਗੱਲ ਕੀਤੀ, ਸਰਕਾਰ ਨੇ ਕਿਹਾ ਇਮੀਡੀਏਟਲੀ ਕਿਹਾ ਕਿ ਠੀਕ ਹੈ ਵੀ ਆਰ ਰੈਡੀ ਫॉर ਡਿਸਕਸ਼ਨ। ਫਿਰ ਉਹ ਚੱਲ ਪਈ ਜੀ ਕਿ ਇਹਨੂੰ ਹਜੇ 10 ਦਿਨ ਬਾਅਦ ਕਰ ਲਓ। they wanted to delay. Why? What for delay? ਜੀ, ਜੇ ਮੈਂ ਕੋਈ ਗੱਲ ਕਰ ਰਿਹਾ, ਆਪੋਜੀਸ਼ਨ ਨੇ ਮੰਗ ਕਰ ਲਈ ਸੀ ਪਰ ਉਹਨਾਂ ਦੀ ਤਿਆਰੀ ਨਹੀਂ ਸੀ। ਉਹਨਾਂ ਦਾ ਇਸ਼ੂ ਜਿਹੜਾ ਸਿਰਫ ਇੰਨਾ ਸੀਗਾ ਕਿ ਅਸੀਂ ਇਹ ਨੋ ਕਾਨਫੀਡੈਂਸ ਲਿਆ ਕੇ ਤਿਆਰੀ ਨਹੀਂ ਸੀ, ਫਿਰ ਤਾਂ ਪਰਫਾਰਮੈਂਸ ਹੋਰ ਵੀ ਜ਼ਿਆਦਾ ਵਧੀਆ। ਮੈਂ ਨਹੀਂ ਕਹਿ ਰਿਹਾ, ਮੈਂ ਇਹ ਤਿਆਰੀ ਦੀ ਨਹੀਂ ਗੱਲ ਕਰ ਰਿਹਾ। ਉਹਨਾਂ ਦਾ ਜਿਹੜਾ ਬੇਸਿਕ ਉਹਦਾ ਹਿਡਨ ਏਜੰਡਾ ਜਿਹੜਾ ਸੀਗਾ ਉਹ ਇਹ ਸੀਗਾ ਕਿ ਅਸੀਂ ਨੋ ਕਾਨਫੀਡੈਂਸ ਮੋਸ਼ਨ ਦਾ ਸਬਜੈਕਟ ਲਿਆ ਕੇ ਤੇ ਸਰਕਾਰ ਸ਼ਾਇਦ ਐਗਰੀ ਨਹੀਂ ਕਰੇਗੀ ਤੇ ਅਸੀਂ ਅਗਲੇ ਆਪਾਂ ਉਸ ਤੋਂ ਅੱਗੇ ਆ ਗਏ। ਦੇਖੋ ਨੋ ਕਾਨਫੀਡੈਂਸ ਮੋਸ਼ਨ ਦੇ ਉੱਤੇ ਲੋਕਾਂ ਨੇ ਬਹੁਤ ਕੁਝ ਦੇਖ ਲਿਆ, ਅਖਬਾਰਾਂ ਦੀਆਂ ਸੁਰਖੀਆਂ ਪੜ੍ਹ ਲਈਆਂ, 2 ਦਿਨ ਉੱਤੇ ਐਡੀਟੋਰੀਅਲ ਪੜ੍ਹ ਲੈਣੇ, ਟੀਵੀ ਬਹਿਸਾਂ ਸੁਣਨੀਆਂ। ਮਾਈ ਪੁਆਇੰਟ ਇਜ਼ ਦਿਸ ਕਿ ਇਹ ਸੱਚ ਨਹੀਂ ਹੈ ਕਿ ਰਾਹੁਲ ਗਾਂਧੀ ਨੇ ਰੈਫੇਲ ਡੀਲ ਨੂੰ, ਕਰਪਸ਼ਨ ਡਿਫੈਂਸ ਦੇ ਵਿੱਚ ਵੱਡੇ ਉਸ ਸੌਦੇ ਨੂੰ ਕਰਪਸ਼ਨ ਦਾ ਲਬਾਦਾ ਪਾ ਕੇ ਪੋਲਿਟਿਕਸ ਦੇ ਸੈਂਟਰ ਵਿੱਚ ਰੱਖ ਦਿੱਤਾ, ਜਿਹੜਾ ਕਿ ਪਹਿਲਾਂ ਨਹੀਂ ਸੀ। ਇਹ ਕਾਮਯਾਬੀ ਹੈ ਜਾਂ ਨਹੀਂ? ਬਿਲਕੁਲ ਨਹੀਂਗਾ ਜੀ। ਇਹ ਬਿਲਕੁਲ ਜਿਹੜਾ ਡੀਲ ਹੈਗੀ ਹੈ ਟੂ ਗਵਰਨਮੈਂਟਸ ਦੇ ਵਿੱਚ ਹੈ, ਕੋਈ ਨਹੀਂ, ਉਹ ਤਾਂ ਗਵਰਨਮੈਂਟ ਵਿੱਚ ਹੀ ਹੋਣੀ ਹੈ। ਜਹਾਜ਼ ਤੇ ਤੁਸੀਂ ਨਹੀਂ ਵੇਚ ਕਿਸੇ ਇੰਡੀਵਿਜੂਅਲਸ ਦੇ ਵਿੱਚ ਨਹੀਂ ਹੋਈ। ਇਹ ਬਫਰਸ ਵਾਂਗਰ ਨਹੀਂ ਹੋਇਆ ਕਿ ਥਰਡ ਪਾਰਟੀ ਵਿੱਚ ਇੰਟਰਵੈਂਸ਼ਨ। ਬਫਰਸ ਵੀ ਇੰਡੀਵਿਜੂਅਲਸ ਵਿੱਚ ਨਹੀਂ ਸੀਗਾ, ਕਰਪਸ਼ਨ ਇੰਡੀਵਿਜੂਅਲਸ ਵਿੱਚ ਹੁੰਦੀ ਹੈ। ਇਸ ਕੇਸ ਦੇ ਵਿੱਚ ਬਿਲਕੁਲ ਜਿਹੜਾ ਹੈਗਾ ਵਾ ਕੋਈ ਇਹਦੇ ਚ ਹਿਡਨ ਚੀਜ਼ਾਂ ਨਹੀਂ ਹੈਗੀਆਂ, ਬਿਲਕੁਲ ਟ੍ਰਾਂਸਪੇਰੈਂਟ ਤਰੀਕੇ ਨਾਲ ਡੀਲ ਹੋਈ ਹੈ ਜੀ। ਔਰ ਇਹਦੇ ਚ ਕੋਈ ਉਹਨੇ ਹੁਣ ਰਾਹੁਲ ਜੀ ਦਾ ਤੇ ਇਹ ਕਹਿਣਾ ਹੈ ਜੋ ਮਰਜ਼ੀ ਕਹੀ ਜਾਣ ਜੀ, ਨਹੀਂ ਜੋ ਮਰਜ਼ੀ ਲੀਡਰ ਆਫ ਆਪੋਜੀਸ਼ਨ, ਨਹੀਂ ਲੀਡਰ ਆਫ ਆਪੋਜੀਸ਼ਨ ਜੋ ਹੈਗਾ ਹੀ ਤੁਹਾਨੂੰ ਵੀ ਪਤਾ, ਸਾਨੂੰ ਵੀ ਪਤਾ ਸਾਰਿਆਂ ਨੂੰ ਕਿ ਕਿਹੋ ਜਿਹਾ ਲੀਡਰ ਆਫ ਆਪੋਜੀਸ਼ਨ ਹੈਗਾ ਕਿ ਮੋਦੀ ਜੀ ਜੋ ਮਰਜ਼ੀ ਕਹੀ ਜਾਣ। ਅਸੀਂ ਪੋਲਿਟਿਕਸ ਨੂੰ ਸੀਰੀਅਸਲੀ ਲੈਣੇ ਆ। ਅਸੀਂ ਜਿਹੜੀ ਗੱਲ ਕਹਿੰਦੇ ਆ, मोदी जी ਅਸੀਂ ਜਿਹੜੀ ਗੱਲ ਕਹਿੰਦੇ ਆ, प्रिविलेज मोशन आ जाता है, आपकी सदस्यता जा सकती है। नहीं तो उसमें कहा ना उन्होंने, डिफेंस मिनिस्टर ने कहा कि आई एम गोइंग टू मूव प्रिविलेज मोशन। 100% ट्रांसपेरेंट डील नहीं थी, पब्लिक मनी का पैसा है। 500 करोड़ से 1500 करोड़ कैसे हुआ? संजीव जी मैं ਤੁਹਾਡਾ व्यू नहीं पूछ रहा, मैंने एक गल सिंपल, मैं ट्रांसपेरेंट डील की बात कर रहा हूं। देखो एक गल सिंपल, ਤੁਹਾਡਾ मत हो सकता है पार्ट 500 करोड़ से 1500 करोड़ रुपया और डील पहुंचा कैसे? संजीव ये पब्लिक क्या पार्लियामेंट में कल ये मुद्दा उठा था कि 1500 करोड़ रुपया कैसे पहुंचा? संजीव टेक दिस पार्ट,
ਜੇ ਸਰਕਾਰ ਇਹ ਸਾਬਿਤ ਕਰਦੀ ਹੈ ਕਿ ਇਹ ਕੌਨਫੀਡੈਂਸ਼ੀਅਲਟੀ ਐਗਰੀਮੈਂਟ ਸੀਗਾ, ਪਹਿਲਾਂ AK ਐਂਟੋਨੀ ਨੇ ਸਾਈਨ ਕੀਤਾ ਸੀਗਾ, ਜਿਹਨੂੰ ਬਾਅਦ ਵਿੱਚ ਮੈਕਰੋਨ ਨੇ ਆ ਕੇ ਸਤੰਬਰ 2016 ਚ ਦੁਬਾਰਾ ਸਾਈਨ ਕੀਤਾ। 2008 ਕੁਐਸਚਨ ਸਿਰਫ ਬੜਾ ਛੋਟਾ ਵਿਚਕਾਰ 2012 में वो डील रद्द हो गई थी। मैं कह वो 2016 दोबारा कॉन्फिडेंशियलिटी जो भी डील होगी, सेकंड क्लॉज ये है, उसमें क्लॉज ये भी है कि 2010-8 में जब डील हुई थी तो 10 साल बाद वो डील, वो जो कॉन्फिडेंशियल है वो 10 साल बाद खत्म हो जाएगा। आज 2018 हो गया, तो उसे डिस्क्लोज करो कि कॉन्फिडेंशियल की सेक्रेसी है। आप ये बताओगे कि हमारे जो एयरक्राफ्ट्स हैं उसमें क्या-क्या हमने वो एडिशंस किए? वो सिर्फ मनी की बात है। I only reason for not inviting the congressman was this कि ਅਸੀਂ ਆਪਸੀ ਤੂੰ ਮੈਂ ਵਿੱਚ ਨਾ ਪਈਏ, ਕਿਉਂਕਿ ਇਹ ਡਿਬੇਟ ਦਾ ਇਸ ਡਿਬੇਟ ਦੀ ਤਾਸੀਰ ਉਸ ਕਿਸਮ ਦੀ ਨਹੀਂ ਹੈ ਦਲੀਲ ਦੀ। ਆਪਣੀ ਬਾਤ ਕरें ਸੰਜੀਵ, ਮੁਸ਼ਕਿਲ ਇਹ ਹੈ, देयर इज अ क्वेश्चन ऑफ इंटरप्रिटेशन। जे आपस ਵਿੱਚ ਸੀਕ੍ਰੇਸੀ ਐਗਰੀਮੈਂਟ ਹੈ ਪੈਰਿਸ ਦਾ ਤੇ ਨਵੀਂ ਦਿੱਲੀ ਦਾ, ਸਵਾਲ ਸਿਰਫ ਇਹ ਹੈ ਕਿ ਕੀ ਜਹਾਜ਼ ਦੀ ਕਾਸਟ ਵੀ ਉਸ ਸੀਕ੍ਰੇਸੀ ਐਗਰੀਮੈਂਟ ਦੇ ਵਿੱਚ ਆਉਂਦੀ ਹੈ ਕਿ ਨਹੀਂ ਆਉਂਦੀ, ਇਹ ਸਵਾਲ ਹੈ, ਇੰਪੋਰਟੈਂਟ ਸਵਾਲ ਹੈ। ਸੋ ਇਹ ਗ੍ਰੇ ਏਰੀਆ that continues to be grey area। so ਜਿਸ ਵੇਲੇ ਰਾਹੁਲ ਗਾਂਧੀ ਕਹਿੰਦੇ ਨੇ ਕਿ ਇਹ ਸੀਕ੍ਰੇਟ ਐਗਰੀਮੈਂਟ ਦੇ ਬਿਯੋਂਡ ਵੀ ਤੁਸੀਂ ਕਾਸਟ ਦੱਸ ਸਕਦੇ ਹੋ, ਮੇਬੀ ਹੀ ਹੈਜ਼ ਅ ਪੁਆਇੰਟ। ਤੇ ਜਿਸ ਵੇਲੇ ਨਿਰਮਲਾ ਸੀਤਾਰਮਨ ਕਹਿੰਦੇ ਨੇ ਕਿ ਸੀਕ੍ਰੇਸੀ ਐਗਰੀਮੈਂਟ ਦੇ ਵਿੱਚ ਸਾਰਾ ਕੁਝ ਕਵਰਡ ਹੈ ਤੇ ਸਪੈਸੀਫਿਕਲੀ ਅਸੀਂ ਕੁਝ ਲੀਵ ਆਊਟ ਨਹੀਂ ਕੀਤਾ, ਸੋ ਸਾਨੂੰ ਕਿਵੇਂ ਪਤਾ ਕਿ ਅਸੀਂ ਤੁਹਾਨੂੰ ਪ੍ਰਾਈਸ ਦੱਸ ਦਈਏ? ਅਜੇ ਕਿ ਨਿਰਮਲਾ ਸੀਤਾਰਮਨ ਨੇ ਪਹਿਲਾਂ ਕਿਹਾ ਸੀ ਕਿ ਅਸੀਂ ਪ੍ਰਾਈਸ ਦੱਸਾਂਗੇ। ਪ੍ਰੋਬਲਮ ਇਹ ਹੈ ਕਿ ਡਿਫੈਂਸ ਸੈਕਟਰੀ ਨਾਲ ਬੈਠੇ ਸਨ, ਡਿਪਟੀ ਚੀਫ ਆਫ ਆਰਮੀ ਨਾਲ ਬੈਠੇ ਸਨ, ਤੇ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ ਤੇ ਉਹਨਾਂ ਨੇ ਕਿਹਾ ਮੈਂ ਪ੍ਰਾਈਸ ਦੱਸਾਂਗੀ, ਤੇ ਬਾਅਦ ਵਿੱਚ ਉਹਨਾਂ ਨੇ ਕਿਹਾ ਪਤਾ ਕੀ ਹੈ, ਸੀਕ੍ਰੇਸੀ ਐਗਰੀਮੈਂਟ ਦਾ ਪਾਰਟ ਹੈ, ਸਾਡਾ ਇੱਕ ਸੀਕ੍ਰੇਸੀ ਐਗਰੀਮੈਂਟ ਹੈ, ਮੈਂ ਪ੍ਰਾਈਸ ਦੱਸ ਨਹੀਂ ਸਕਦੀ। ਦੈਟ ਇਜ਼ ਦਾ ਪ੍ਰੋਬਲਮ। ਜੇ ਕੋਈ ਫੈਕਟ ਕਿਸੇ ਵੇਲੇ ਨਹੀਂ ਜਾਣਕਾਰੀ ਸੀਗਾ ਕਿਸੇ ਵੇਲੇ, ਇਹ ਗੱਲ ਸੀਤਾਰਮਨ ਜੀ ਨਹੀਂ ਕਹਿ ਰਹੇ ਨਾ, ਤੁਸੀਂ ਤਾਂ ਕਹਿ ਰਹੇ ਹੋ। ਮੈਂ ਕਹਿ ਰਿਹਾ ਨਹੀਂ, ਕੋਈ ਕਈ ਚੀਜ਼ ਹੁੰਦੀ ਹੈ ਕਿ ਕਿਸੇ ਵੇਲੇ ਨਹੀਂ ਧਿਆਨ ਚ ਹੁੰਦੀ ਹੈਗੀ, ਜਦੋਂ ਪਤਾ ਲੱਗ ਗਈ ਤੇ ਆਫਟਰ ਸ਼ੀ ਇਜ਼ ਅ ਰਿਸਪੌਂਸਿਬਲ ਡਿਫੈਂਸ ਮਿਨਿਸਟਰ ਆਫ ਇੰਡੀਆ। ਚਲੋ ਮੈਂ ਨਾ ਇਸ ਵੀ ਸ਼ੁੱਡ ਨਾਟ ਮਤਲਬ ਇਸ ਗੱਲ ਨੂੰ ਆਪਾਂ ਇਹ ਨਾ ਕਹੀਏ ਜੀ ਕਿ ਉਹਨਾਂ ਨੇ ਪਹਿਲਾਂ ਕਹਿਤਾ ਸੀ ਇਸ ਕਰਕੇ ਉਹ ਹੁਣ ਕੋਈ ਲੁਕੋ ਰਹੇ ਨੇ, ਔਰ ਫਿਰ ਜਦੋਂ ਇਹ ਕਹਿ ਰਹੇ ਨੇ ਕਿ ਸੀਕ੍ਰੇਸੀ ਦੇ ਵਿੱਚ ਉਹ ਆ ਰਿਹਾ, ਤੇ ਇਫ ਡਿਫੈਂਸ ਮਿਨਿਸਟਰ ਆਫ ਅ ਕੰਟਰੀ ਸੇਜ਼ ਕਿ ਆ ਚੀਜ਼ ਜਿਹੜੀ ਹੈਗੀ ਹੈ ਸਾਡੇ ਉਸ ਪੈਕਟ ਦੇ ਵਿੱਚ ਹੈਗੀ ਹੈ, ਵੀ ਹੈਵ ਟੂ ਬਲੀਵ ਇਟ। ਲੈਟਸ ਮੂਵ ਬਿਯੋਂਡ ਦੈਟ। ਅਮੀਰ, ਇਹ ਜਿਹੜੀਆਂ ਇਵੈਂਚੁਅਲੀ ਗੱਲਾਂ ਨੇ, ਇਹ ਪੁਆਇੰਟ ਸਕੋਰਿੰਗ ਚੀਜ਼ਾਂ ਨੇ, ਇਹ ਹੈਡਲਾਈਨਸ ਨੇ। ਰਾਫੇਲ ਡੀਲ ਇੱਕ ਦਿਨ ਹੈਡਲਾਈਨ ਬਣਦੀ ਹੈ, ਰਾਹੁਲ ਗਾਂਧੀ ਨੇ ਅੱਖ ਮਾਰੀ ਤੇ ਉਹਦਾ ਕੀ ਮਾਇਨਾ ਸੀ, ਤੇ ਨਰਿੰਦਰ ਮੋਦੀ ਨੇ ਫਿਰ ਅੱਖ ਮਾਰਨ ਦੀ ਇੱਕ ਲੰਬੀ ਪਰਫਾਰਮੈਂਸ, ਉਂਗਲੀਆਂ ਨਾਲ ਮੈਨੂੰ ਆਂਦੀ ਹੀ ਨਹੀਂ ਕਰਨੀ, ਐਦਾਂ ਦਾ ਕਰਕੇ ਕੁਝ ਕਰ ਰਹੇ ਸਨ, ਉਹ ਵੀ ਇੱਕ ਲੰਬੀ ਪਰਫਾਰਮੈਂਸ ਦਿੱਤੀ, ਜਿਹਨੂੰ ਫਿਰ ਲੂਪ ਦੇ ਉੱਤੇ ਟੀਵੀ ਚੈਨਲ ਚਲਾ ਰਹੇ ਨੇ। ਉਹਦੀ ਵੀ ਇੱਕ ਆਪਣੀ ਮਹੱਤਤਾ ਹੋਵੇਗੀ ਜਿਹੜੀ ਮੇਰੀ ਸਮਝ ਤੋਂ ਬਾਹਰ ਹੈ ਅਨਫੋਰਚੂਨੇਟਲੀ। ਜਿਹੜਾ ਪਾਰਟ ਮੇਰੀ ਸਮਝ ਵਿੱਚ ਹੈ ਉਹ ਇਹ ਹੈ ਕਿ ਲੋਕਾਂ ਨੂੰ ਇਵੈਂਚੁਅਲੀ ਇਹ ਸੁਣਾਈ ਦੇਗਾ ਕਿ ਕਿਸਾਨ ਲਈ ਕੀ ਗੱਲ ਹੋਈ, ਦਲਿਤ ਲਈ ਕੀ ਗੱਲ ਹੋਈ, ਮਹਿਲਾਵਾਂ ਲਈ ਕੀ ਗੱਲ ਹੋਈ, ਨੌਕਰੀਆਂ ਦੀ ਕੀ ਗੱਲ ਹੋਈ, ਜੌਬਸ ਲਈ ਕੀ ਗੱਲ ਹੋਈ, ਬੇਰੁਜ਼ਗਾਰੀ ਬਾਰੇ ਕੀ ਹੋਇਆ, ਦੇਸ਼ ਦੀ ਇਕਨੋਮੀ ਬਾਰੇ ਕੀ ਹੋਇਆ, ਰੁਪਏ ਦੀ ਕੀਮਤ ਬਾਰੇ ਕੀ ਹੋਇਆ। ਹਾਊ ਡੂ ਦੇ ਸਕੋਰ ਔਨ ਦੈਟ ਸਾਈਡ? ਇਹਦੇ 'ਚ 2-3 ਪੋਲੀਟੀਕਲ ਸੰਕੇਤ ਨੇ ਜਿਹੜੇ ਫਿਊਚਰ ਦੇ ਕਾਫੀ ਇੰਪੋਰਟੈਂਟ ਮੈਨੂੰ ਲੱਗਿਆ ਕਿ ਸਾਰੀ ਡਿਬੇਟ ਦੇ ਬਾਵਜੂਦ ਜੀ। ਇੱਕ ਤਾਂ ਇਹ ਸੰਕੇਤ ਹੈ ਕਿ ਜਿਹੜੇ ਐਨਡੀਏ ਦੇ ਨਾਲ ਵੀ ਨੇ AIADMK ਨੇ ਸਪੋਰਟ ਕੀਤੀ ਹੈ, ਬਿਲਕੁਲ, ਪਰ ਉਹਨੇ ਵੀ ਕਿਹਾ, ਉਹਨਾਂ ਦਾ ਜਿਹੜਾ ਸਪੀਕਰ ਹੈ ਉਹ ਵੀ ਇਹ ਕਹਿ ਰਿਹਾ ਕਿ ਸਟੇਟ ਦੇ ਜਿਹੜੇ ਇੰਟਰਸਟ ਨੇ ਉਹਨਾਂ ਨੂੰ ਵਾਚ ਕਰਨਾ ਚਾਹੀਦਾ, ਸਟੇਟਸ ਦੇ ਨਾਲ ਪਾਰਸਲਿਟੀ ਨਹੀਂ ਹੋਣੀ ਚਾਹੀਦੀ, ਕੋਈ ਉਹ ਨਹੀਂ ਹੋਣਾ ਚਾਹੀਦਾ। ਔਰ ਦੂਜਾ ਆਂਧਰਾ ਪ੍ਰਦੇਸ਼ ਨੇ ਜਿਹੜਾ ਕਿਹਾ ਕਿ ਸਾਡੇ ਨਾਲ ਆਹ ਚੀਜ਼ਾਂ ਹੋਈਆਂ ਨੇ ਉਸ ਲੈਵਲ ਤੇ ਸਪੈਸ਼ਲ ਸਟੇਟਸ ਚਾਹੀਦਾ, ਔਰ ਆਂਧਰਾ ਪ੍ਰਦੇਸ਼ ਨੇ ਜਿਹੜੀ ਬਿਹਾਰ ਆਲਰੇਡੀ ਸਪੈਸ਼ਲ ਸਟੇਟਸ ਦੀ ਗੱਲ ਕਰਦਾ ਹੈ। ਇਟ ਮੀਨ ਜਿਹੜਾ ਫੈਡਰਲ ਸਟਰਕਚਰ ਹੈ ਇਹਨੂੰ ਰੀਡਿਫਾਈਨ ਕਰਨ ਦਾ ਇੱਕ ਮੁੱਦਾ ਰੀਜਨਲ ਲੈਵਲ ਤੇ ਦੁਬਾਰਾ ਉੱਭਰ ਰਿਹਾ ਹੈ ਕਾਫੀ ਲੰਮੇ ਸਮੇਂ ਬਾਅਦ। ਜਿਹੜਾ ਇੱਕ ਸੀ ਨਾ ਇਦੋਂ ਪਹਿਲਾਂ ਕਿ ਇੱਕ ਸਿੰਗਲ ਲਾਰਜੈਸਟ ਪਾਰਟੀ ਡੋਮੀਨੇਟ ਕਰੇਗੀ, ਤਾਂ ਦੁਬਾਰਾ ਲੱਗਦਾ ਕਿ ਰੀਜਨਲ ਗਰੁੱਪ ਜਿਹੜੇ ਅਕਾਲੀ ਦਲ ਨੂੰ ਛੱਡ ਕੇ ਜਿਹਨੇ ਅਨਕੰਡੀਸ਼ਨਲ ਸਪੋਰਟ ਕੀਤੀ ਹੈ, ਜਿਹਨੇ ਕੋਈ ਇਹੋ ਜਿਹਾ ਪੁਆਇੰਟ ਵੀ ਬਾਅਦ ਚ ਕੀਤੇ ਨੇ, ਅੱਜ ਵੀ ਅਕਾਲੀ ਦਲ ਦਾ ਵੀ ਇਹ ਬਿਆਨ ਛਪਿਆ ਕਿ ਮਿਨੋਰਟੀ ਖਤਰੇ ਦੇ ਵਿੱਚ ਨੇ, ਭੁੰਦੜ ਦਾ ਬਿਆਨ ਛਪਿਆ ਹੈ, ਪਾਸਵਾਨ ਦੀ ਸਪੋਰਟ ਵੀ ਅਨਕੰਡੀਸ਼ਨਲ ਵਰਗੀ ਹੈ, ਸਾਰਾ ਕੋਈ ਹਰ ਕੋਈ ਸ਼ਿਵ ਸੈਨਾ ਨਹੀਂ ਹੈਗਾ ਅੱਜਕੱਲ। ਨਹੀਂ ਕੱਲਾ ਸ਼ਿਵ ਸੈਨਾ ਨਹੀਂ, ਮੈਂ ਇਹ ਕਹਿ ਰਿਹਾ TDP ਵੀ ਉਹਦੇ ਵਿੱਚ ਸ਼ਾਮਲ ਹੈ, ਸ਼ਿਵ ਸੈਨਾ ਵੀ ਉਹਦੇ ਵਿੱਚ ਸ਼ਾਮਲ ਹੈ, AIADMK ਵੀ ਜਿਹੜੀ ਨੇ ਹੁਣ ਸਪੋਰਟ ਕੀਤੀ ਉਹ ਵੀ ਉਹਦੇ ਸ਼ਾਮਲ ਹੈ, ਈਵਨ ਜਨਤਾ ਦਲ ਜਿਹੜਾ ਜੂ ਹੈ ਉਹ ਤਾਂ ਪਾਰਟ ਹੈ, ਉਹਦੇ ਵੀ ਬੰਦੇ ਗੱਲ ਕਰਦੇ ਨੇ। ਤੇ ਇਹ ਜਿਹੜਾ ਇੱਕ ਇਸ਼ੂ ਹੈ ਇਹਨੂੰ ਐਡਰੈਸ ਕੀਤੇ ਬਿਨਾ, ਸੀਰੀਅਸਲੀ ਐਡਰੈਸ ਕੀਤੇ ਬਿਨਾ, ਮਤਲਬ ਇਹਨੂੰ ਇਕੱਠਾ ਰੱਖਣਾ ਜਾਂ ਇੱਕ ਲਾਈਨ ਤੇ ਚੜਨਾ ਕਾਫੀ ਮੁਸ਼ਕਲ ਕੰਮ ਹੈ, ਕਿਉਂਕਿ ਫੈਡਰਲਿਜ਼ਮ ਦਾ ਕੁਐਸਚਨ ਹਿੰਦੁਸਤਾਨ ਚ ਉਦੋਂ ਤੋਂ ਹੀ ਚੱਲਦਾ ਰਿਹਾ ਜਦੋਂ ਤੋਂ 1950 ਤੋਂ ਬਾਅਦ ਲਗਾਤਾਰ ਵੱਖ-ਵੱਖ ਸਟੇਟਾਂ ਦੇ ਵਿੱਚ ਇਹ ਦੁਬਾਰਾ ਰੀਅਸਰਟ ਹੋਣ। ਜਿਸ ਤਰੀਕੇ ਨਾਲ ਆਂਧਰਾ ਪ੍ਰਦੇਸ਼ ਦੇ ਲੋਕਾਂ ਨੇ ਜਿਹੜੀ ਗੱਲ ਅਸਲ ਦੇ ਵਿੱਚ ਫੈਡਰਲਿਜ਼ਮ ਦਾ ਮੁੱਦਾ ਵੱਡੇ ਰੂਪ ਚ ਦੁਬਾਰਾ ਉੱਭਰ ਸਕਦਾ, ਦੁਬਾਰਾ ਉੱਭਰੇਗਾ। ਮੈਨੂੰ ਲੱਗਦਾ ਕਿ ਇਹਦਾ ਸੰਕੇਤ ਹੈ ਕਿ ਫੈਡਰਲਿਜ਼ਮ ਦਾ ਮੁੱਦਾ ਦੁਬਾਰਾ ਉੱਭਰੇਗਾ, ਉਸ ਪੱਧਰ ਦੇ ਉੱਤੇ ਉੱਭਰੇਗਾ। ਦੂਜੀ ਗੱਲ ਇਹ ਹੈ ਇਹਦੇ ਵਿੱਚ, ਔਰ ਜਿਹੜੀ ਕਿਸਾਨੀ ਦੇ ਸਵਾਲ ਨੇ ਜਾਂ ਬਾਕੀ ਸਵਾਲ ਨੇ, ਉੱਤੇ ਕੋਈ ਖੁੱਲ੍ਹ ਕੇ ਇਹ ਚਰਚਾ ਨਹੀਂ ਹੋਈ ਕਿ ਕਾਸਟ ਕਿਹਨੂੰ ਕਹਿੰਦੇ ਨੇ, 1.5 ਗੁਣਾ ਦੇਤੀ ਤਾਂ ਕੀ ਉਹ ਕਿਉਂ ਨਹੀਂ
ਨਹੀਂ ਦਿੱਤੀ ਗਈ, ਉਹਦੇ ਵਿੱਚ ਕੀ ਟੈਕਨੀਕਲ ਪ੍ਰੋਬਲਮ ਹੈ। ਅਸਲ 'ਚ ਜਿਹੜਾ ਵਾਸਟ ਇੱਕ ਗੱਲ ਕਾਲਮ ਟਿਕ ਮਾਰਕ ਹੋਇਆ ਵੀ ਟਿਕ ਮਾਰ ਹੋਇਆ ਕਿ ਕਿਸਾਨੀ ਦਾ ਕੁਝ ਨਹੀਂ ਕੀਤਾ, ਇਹਦਾ ਕੁਝ ਨਹੀਂ ਕੀਤਾ। ਰਾਹੁਲ ਗਾਂਧੀ ਵੀ ਉੱਥੇ ਤੱਕ ਸੀਮਤ ਰਹੇ ਕੇਵਲ ਆਪਣਾ ਇੱਕ ਸਕੋਰ ਲਈ, ਉਹ ਇੱਥੇ ਤੱਕ ਸੀਮਤ ਰਿਹਾ ਕਿ ਉਹ ਜਿਹੜੇ ਕਾਰਪੋਰੇਟ ਦੇ ਕੁਝ ਘਰਾਣਿਆਂ ਦੇ ਨਾਲ ਪ੍ਰਾਈਮ ਮਿਨਿਸਟਰ ਜਾਂਦਾ, ਕਿਸਾਨਾਂ ਨੂੰ ਛੱਡ ਦਿੰਦਾ। ਇਹਦੀ ਬਜਾਏ ਜਿਹੜਾ ਇਹਦੇ ਨਾਲ ਇਮੀਡੀਏਟ ਇਸ਼ੂ ਹੈ ਕਿ ਜਿਹੜੇ ਐਮਐਸਪੀ ਦਾ ਕੁਐਸਚਨ ਹੈ, ਜਿਹੜੇ ਚ ਸਾਰਾ ਦੇਸ਼ ਬਾਹਰ ਫਾਰਮਰ ਵੀ ਕਰ ਰਹੇ ਸੀ, ਬਾਕੀ ਵੀ ਸੀ, ਉਹਨਾਂ ਤੇ ਆਵਾਂਗੇ। ਦਰਅਸਲ ਸਾਨੂੰ ਡਿਬੇਟ ਇਨਲਾਰਜ ਹੋਈ, ਦਰਅਸਲ ਉਹਨਾਂ ਤੇ ਹੀ ਰਹਿਣਾ ਚਾਹੀਦਾ ਹੈ। ਤੇ ਕੁਝ ਉਹਨਾਂ ਦੀ ਗੱਲ ਕਰਾਂਗੇ ਡਿਬੇਟ ਦੇ ਵਿੱਚ ਉਹਨਾਂ ਸ਼ਬਦਾਂ ਦੀ ਜਿਹੜੇ ਇਸ ਕਿਸਮ ਦੇ 12 ਘੰਟੇ ਲੰਬੀ ਬਹਿਸ ਦੇ ਵਿੱਚ ਵੀ ਪਹਿਲੀ ਵਾਰੀ ਮੈਂ ਦੇਖਿਆ ਪਾਰਲੀਮੈਂਟ ਵਿੱਚ ਜਿਹੜੇ ਸ਼ਬਦ ਸੁਣਾਈ ਨਹੀਂ ਦਿੱਤੇ। ਫॉर एग्जांपल ਰਾਹੁਲ ਗਾਂਧੀ ਨੇ ਸ਼ਬਦ ਸੈਕੂਲਰਿਜ਼ਮ ਕਿਤੇ ਨਹੀਂ ਵਰਤਿਆ। ਬੜੀ ਲਾਈਨ ਹੁੰਦੀ ਸੀ ਵੱਡੀ ਦੇਸ਼ ਦੇ ਵਿੱਚ, ਸੈਕੂਲਰਿਜ਼ਮ ਵਰਸਸ ਕਮਿਊਨਲਿਜ਼ਮ, ਤੇ ਹੁਣ ਜਦੋਂ ਦੇਸ਼ ਲਿੰਚਿੰਗ ਦੀਆਂ ਘਟਨਾਵਾਂ ਹੋ ਰਹੀਆਂ ਨੇ ਤੇ ਬਾਬਾ ਅੰਬੇਦਕਰ ਦੇ ਨਾਲ ਤਾਂ ਜੁੜੀਆਂ ਗਈਆਂ ਸੰਵਿਧਾਨ ਦੇ ਨਾਲ, ਪਰ ਸੈਕੂਲਰਿਜ਼ਮ ਨਾਲ ਨਹੀਂ ਜੁੜੀਆਂ। ਰਾਹੁਲ ਗਾਂਧੀ ਨੇ ਕੇਵਲ ਪਾਰਲੀਮੈਂਟ ਨਹੀਂ, ਬੜੀ ਦੇਰ ਦਾ ਗੁਜਰਾਤ ਇਲੈਕਸ਼ਨ ਤੋਂ ਛੱਡਿਆ, ਬੜੀ ਦੇਰ ਤੋਂ ਕੋਈ ਚੀਜ਼ਾਂ ਛੱਡੀਆਂ ਹੁਣ ਬੀਜੇਪੀ ਦਾ ਸਕਸੈਸ ਹੈ। ਹੁਣ ਤਾਂ ਉਹਨੇ ਕਾਂਗਰਸ ਤੇ ਮੁਸਲਿਮ ਪਾਰਟੀ ਹੈ ਕਹਤਾ, ਹੁਣ ਬਾਕੀ ਰਹਿ ਗਿਆ। ਕਰਾਂਗੇ ਤੇ ਇਸ ਵਾਰ ਤੁਹਾਡੇ ਕੋਲ ਛੱਡ ਕੇ ਜਾ ਰਹੇ ਹਾਂ ਕਿ ਇਹ ਜੋ ਕੁਝ ਹੋਇਆ ਹੈ ਕਿ ਨਰਿੰਦਰ ਮੋਦੀ ਨੇ ਸਕਸੈਸਫੁਲੀ ਨਹੀਂ ਸਾਬਤ ਕਰ ਦਿੱਤਾ ਕਿ ਇਟ ਇਜ਼ ਨਰਿੰਦਰ ਮੋਦੀ ਵਰਸਸ ਐਵਰੀਬਾਡੀ ਪੁੱਟ ਟੁਗੇਦਰ, ਤੁਸੀਂ ਸਾਰੇ ਇਕੱਠੇ ਇੱਕ ਬੰਦੇ ਦੇ ਅਗੇਂਸਟ ਹੋ ਰਹੇ ਹੋ। ਕੀ ਉਹਨਾਂ ਨੇ ਇਹ ਸਾਬਤ ਕਰ ਦਿੱਤਾ? ਆਫਟਰ ਦਿਸ ਬ੍ਰੇਕ। ਫਿਰ ਸਵਾਗਤ ਹੈ ਜੀ। ਬ੍ਰੇਕ ਤੋਂ ਬਾਅਦ ਚਰਚਾ ਕਰ ਰਹੇ ਹਾਂ ਜਿਸ ਕਿਸਮ ਦੇ ਨਾਲ ਨੋ ਕੌਨਫੀਡੈਂਸ ਮੋਸ਼ਨ ਦੇ ਉੱਤੇ ਬਹਿਸ ਹੋਈ ਹੈ, ਤੇ ਇਹ ਵੀ ਬੜਾ ਬਰੀਕੀ ਜਿਹਦਾ ਮਾਮਲਾ ਹੁੰਦਾ ਹੈ ਵੀ ਇੱਕ ਤੇ ਕੌਨਫੀਡੈਂਸ ਮੋਸ਼ਨ ਹੁੰਦਾ ਹੈ ਜਿਹੜਾ ਸਰਕਾਰ ਲਿਆਂਦੀ ਹੁੰਦੀ ਹੈ, ਤੇ ਇੱਕ ਨੋ ਕੌਨਫੀਡੈਂਸ ਮੋਸ਼ਨ ਹੁੰਦਾ ਹੈ ਜਿਹੜਾ ਆਪੋਜੀਸ਼ਨ ਲਿਆਂਦੀ ਹੈ। ਤੇ ਮੈਂ ਜਵਾਨ ਹੁੰਦਾ ਸੀ ਉਹਨਾਂ ਦਿਨਾਂ 'ਚ ਜਦੋਂ ਪਿਛਲਾ ਆਇਆ ਸੀ 2003 ਦੀ ਗੱਲ ਹੈ, ਵਾਜਪਾਈ ਸਾਹਿਬ ਹੁੰਦੇ ਸੀ, ਦੇਸ਼ ਦਾ ਮਾਹੌਲ ਅਲੱਗ ਹੁੰਦਾ ਸੀ, ਤੇ ਕਿਸੇ ਨੂੰ ਫੜ ਕੇ ਤੇ ਮੱਝਾਂ ਲਿਜਾਂਦੇ ਆ, ਗਾਵਾਂ ਲਿਜਾਂਦੇ ਆ, ਕਤਲ ਨਹੀਂ ਸੀ ਕੀਤਾ ਜਾਂਦਾ, ਕਿ ਡਿਫਰੈਂਟ ਜਿਹਾ ਦੇਸ਼ ਸੀ। ਇਹ ਹੁਣ ਬੜੇ ਬਦਲੇ ਦੇਸ਼ ਦੇ ਵਿੱਚ ਇਹ ਨੋ ਕੌਨਫੀਡੈਂਸ ਮੋਸ਼ਨ ਆਇਆ ਹੈ। ਤੇ ਅਨਿਲ ਸਰੀਨ ਜੀ, ਇੱਕ ਕੰਮ ਜਿਹੜਾ ਬਹਿਸ ਨੇ ਕੀਤਾ ਹੈ ਕਿ ਇਹ ਦਿਖਾ ਦਿੱਤਾ ਹੈ ਕਿ ਭਾਈ ਇੱਕ ਤਾਂ ਮੋਦੀ ਵਰਸਸ ਰਾਹੁਲ ਗਾਂਧੀ, ਆਸ਼ੂਤੋਸ਼ ਜੀ ਕਹਿ ਰਹੇ ਸਨ, ਦੂਸਰਾ ਮੋਦੀ ਵਰਸਸ ਰੈਸਟ ਜਾਂ ਬੀਜੇਪੀ ਵਰਸਸ ਰੈਸਟ। ਕੀ ਤੁਹਾਨੂੰ ਲੱਗਦਾ ਹੈ ਇਹ ਮੋਦੀ ਸਾਹਿਬ ਲਈ ਫਾਇਦੇ ਵਾਲੀ ਗੱਲ ਹੈ, ਬੀਜੇਪੀ ਲਈ ਫਾਇਦੇ ਵਾਲੀ ਗੱਲ ਹੈ? ਤੇ ਜੇ ਇਹ ਉਹਨਾਂ ਲਈ ਫਾਇਦੇ ਵਾਲੀ ਗੱਲ ਹੈ ਤੇ ਇਹ ਆਟੋਮੈਟਿਕਲੀ ਦੇਸ਼ ਦੀ ਡੈਮੋਕ੍ਰੇਸੀ ਲਈ ਵੀ ਫਾਇਦੇ ਵਾਲੀ ਗੱਲ ਹੈ? ਨਹੀਂ, ਦੇਖੋ ਮੈਂ ਇਹ ਤੇ ਮੰਨਦਾ ਹੈਗਾ ਕਿ ਡੈਮੋਕ੍ਰੇਸੀ ਵਾਸਤੇ ਸਟਰੋਂਗ ਆਪੋਜੀਸ਼ਨ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਸੇ ਵੀ ਡੈਮੋਕ੍ਰੇਸੀ 'ਚ। ਕੱਲ ਕੋਈ ਸਟਰੋਂਗ ਦਿਖਾਈ ਦਿੱਤੀ ਤੁਹਾਨੂੰ? ਲੇਕਿਨ ਦੁੱਖ ਦੀ ਗੱਲ ਇਹ ਹੈ ਕਿ ਰਾਜਨੀਤੀ ਜਿਹੜੀ ਹੁਣ ਇਸ ਵੇਲੇ ਹੋ ਗਈ ਹੈ ਉਹ ਮੁੱਦਿਆਂ ਤੇ ਨਹੀਂ ਰਹੇਗੀ, ਵਿਅਕਤੀਵਾਦ ਤੇ ਰਹੇਗੀ। ਇਹ ਤਾਂ ਸਾਰੇ ਪਾਸੇ ਅਪਲਾਈ ਹੁੰਦਾ ਨਾ? ਮੈਂ ਨਹੀਂ, ਬਿਲਕੁਲ ਨਹੀਂਗਾ, ਮੈਂ ਇਸ ਗੱਲ ਨਾਲ ਨਹੀਂ। ਅੱਛਾ, ਇੱਕ ਪਾਸੇ ਵਿਅਕਤੀਵਾਦ ਤੇ ਦੂਜੇ ਪਾਸੇ ਮੁੱਦਿਆਂ ਤੇ ਮੈਂ ਹੀ ਕਹਿ ਰਿਹਾ। ਕਹਿ ਦੋ ਜੀ ਤੁਸੀਂ, ਮੈਂ ਇਹੀ ਗੱਲ ਕਰ ਰਿਹਾ। ਬੀਜੇਪੀ ਦੇ ਪ੍ਰਵਕਤਾ ਸਾਰੇ ਇੰਨੀ ਗੱਲ ਨਹੀਂ ਕਹੋਗੇ ਨੰਬਰ ਕੱਟੇ ਜਾਣਗੇ। ਦੇਖੋ ਨਹੀਂ, ਇਸ ਨੰਬਰ ਕੱਟਣ ਵਾਲੀ ਜਾਂ ਨੰਬਰ ਬਣਾਉਣ ਵਾਲੀ ਕੋਈ ਗੱਲ ਨਹੀਂ, ਵੀ ਆਰ ਡਿਸਕਸਿੰਗ ਇਟ। ਦੇਖੋ ਇਸ਼ੂ ਕੀ ਹੈ ਕਿ ਰਾਹੁਲ ਨੂੰ ਐਸਟੈਬਲਿਸ਼ ਕਰਨਾ ਚਾਹੁੰਦੇ ਨੇ, ਉਹ ਵਿਚਾਰਾ ਐਸਟੈਬਲਿਸ਼ ਨਹੀਂ ਹੋ ਪਾ ਰਿਹਾ। ਉਹ ਵਿਚਾਰਾ ਐਸਟੈਬਲਿਸ਼ ਨਹੀਂ ਹੋ, ਠੀਕ ਹੈ, ਉਹ ਤੇ ਤਰਸੀ ਆਂਦਾ ਵਿਚਾਰੇ ਦੇ ਉੱਤੇ, ਬਿਠਾਤਾ ਉਹਨੂੰ ਵਿਚਾਰੇ ਨੂੰ। ਪੂਰੀ ਸਪੋਕਸਪਰਸਨ ਵਾਲੀ ਭਾਸ਼ਾ ਹੈ। ਜੇ ਆਪਾਂ ਗੱਲਬਾਤ ਇਸ ਤੋਂ ਬਿਹਤਰ ਕਰ ਲਈ ਅੱਗੇ ਬਾਤ ਕੇ ਸਪੋਕਸਪਰਸਨ ਵਾਲਾ ਤੁਸੀਂ, ਮੈਨੂੰ ਪਤਾ ਉਹ ਮਜਬੂਰੀ ਵੀ ਹੁੰਦੀ ਹੈ, ਉਹਨਾਂ ਦੀ ਮਜਬੂਰੀ ਹੈ, ਕਾਂਗਰਸ ਦੀ ਮਜਬੂਰੀ ਹੈ ਕਿ ਉਸ ਪਰਿਵਾਰ ਤੋਂ ਬਾਹਰ ਨਹੀਂ ਆ ਸਕਦੇ। ਜੀ, ਬਹੁਤ ਸਾਰੇ ਟੈਲੈਂਟਡ ਹੋਰ ਕਾਂਗਰਸਮੈਨ ਵੀ ਹੋਣਗੇ। ਜੀ ਜੀ, ਬਹੁਤ ਸਾਰੇ ਟੈਲੈਂਟਡ ਹੋਰ ਵੀ ਲੋਕ ਬੀਜੇਪੀ ਚ ਹੋਣਗੇ, ਲੋਕ ਇਹ ਵੀ ਕਹਿੰਦੇ ਨੇ। ਨਹੀਂ ਦੇਖੋ, ਲੇਕਿਨ ਰਾਜਨਾਥ ਸਿੰਘ ਮੋਸਟ ਕਹਿੰਦੇ ਆ, ਨਹੀਂ ਮੈਂ ਨਹੀਂ ਕਹਿੰਦਾ ਅਸੀਂ ਤੇ ਕਹਿੰਦੇ ਹੈਗੇ ਆ ਕਿ ਬੀਜੇਪੀ ਇਜ਼ ਦਾ ਓਨਲੀ ਪਾਰਟੀ ਜਿਹਦੇ ਵਿੱਚ ਉਹਨਾਂ ਵਿੱਚੋਂ ਇੱਕ ਨਰਿੰਦਰ ਮੋਦੀ ਜੀ ਵੀ ਹੈਗੇ ਨੇ ਜਿਹੜੇ ਇਸ ਵੇਲੇ ਲੀਡ ਕਰ ਰਹੇ ਨੇ। ਔਰ ਸਾਡੇ ਇਹ ਨਹੀਂਗਾ ਕਿ ਵੀ ਜੇ ਇਸ ਪਰਿਵਾਰ ਦਾ ਬੰਦਾ ਤੇ ਇੰਨੇ ਹੀ ਅੱਗੇ ਆਣਾ ਹੈ, ਸਾਡੇ ਕਾਰਜਕਰਤਾ ਚੋਂ ਕੋਈ ਵੀ ਉਹਨੂੰ ਲੀਡ ਕਰਨ ਵਾਸਤੇ ਅੱਗੇ ਨਿਕਲ ਸਕਦਾ ਹੈ। ਜੇ ਨਰਿੰਦਰ ਮੋਦੀ ਜੀ ਵੀ ਆਏ ਤੇ ਇੱਕ ਸਧਾਰਨ ਕਾਰਜਕਰਤਾ ਤੋਂ ਉੱਠ ਕੇ ਆਏ ਨੇ। ਯੂ ਥਿੰਕ ਬੀਜੇਪੀ ਵਿਲ ਬੈਨੀਫਿਟ ਜੇ ਮੋਦੀ ਵਰਸਸ ਰੈਸਟ ਹੋ ਜਾਵੇ? ਨਹੀਂ, ਉਹ ਤਾਂ ਆਲਮੋਸਟ ਹੈ ਹੀ ਜੀ, ਉਹ ਰਹਿ ਗਈ ਹੈ। ਸੋ ਹਮੀਰ ਜੀ, ਜੇ ਮੋਦੀ ਵਰਸਸ ਰੈਸਟ ਹੁੰਦਾ ਹੈ, ਮੈਂ ਇੱਕ ਮਿੰਟ ਜੀ, ਸਾਡੇ ਵੱਲੋਂ ਬੜਾ ਕਲੀਅਰ ਹੈਗਾ ਕਿ ਸਾਡੇ ਪ੍ਰਾਈਮ ਮਿਨਿਸਟਰ ਕੈਂਡੀਡੇਟ ਮੋਦੀ ਜੀ ਨੇ। ਹੂ ਇਜ਼ ਅਦਰ ਕੈਂਡੀਡੇਟ? ਇਹ ਆਪਸ ਵਿੱਚ ਕੈਂਡੀਡੇਟ ਨਹੀਂ, ਇਹ ਆਪਸ ਵਿੱਚ ਲੜਦੇ ਪਏ ਆ। ਠੀਕ, ਵਨ ਅਪਮੈਨਸ਼ਿਪ ਜਿਹੜੀ ਹੈਗੀ ਹੈ ਰੀਜਨਲ ਪਾਰਟੀਜ਼ ਦੀ। ਔਰ ਹੁਣ ਦੇਖੋ ਰਾਹੁਲ ਨੂੰ ਕੋਈ ਐਜ਼ ਲੀਡਰ ਐਕਸੈਪਟ ਕਰਨ ਨੂੰ ਤਿਆਰ ਹੈਗਾ। ਅੱਜ ਜਿੰਨੀਆਂ ਵੀ ਜਿਹੜੀ 126 ਕਾਂਗਰਸ ਦਾ ਸਪੋਕਸਪਰਸਨ ਹੈ ਨਹੀਂ, ਸਮਾਂ ਤੁਹਾਡਾ ਹੀ ਹੈ, ਮੈਂ ਫੇਰ ਆ ਜਾਵਾਂਗਾ ਤੁਹਾਡੇ ਕੋਲ। ਹਾਂਜੀ, ਕਿ ਜਿਹੜਾ ਐਟੀਟਿਊਡ ਪਿਛਲੇ ਜ਼ਮਾਨੇ ਦੇ ਵਿੱਚ ਕਾਂਗਰਸ ਦਾ ਹੁੰਦਾ ਸੀ ਉਹ ਬੀਜੇਪੀ ਦਾ ਹੁੰਦਾ ਜਾ ਰਿਹਾ ਇਸ ਮਾਮਲੇ 'ਚ। ਉਹ ਵੀ ਇਹੀ ਕਹਿੰਦੇ ਸੀ ਕਿ ਕਾਂਗਰਸ ਦੇ ਮੁਕਾਬਲੇ ਕੌਣ ਆ ਕੰਟਰੀ ਦੇ ਵਿੱਚ, ਬੜੇ ਲੰਮਾ ਸਮਾਂ 67 ਤੱਕ ਆਇਆ ਵੀ ਕੋਈ, देयर इज नो अल्टरनेटिव, ਬੜੇ ਲੰਮੇ ਸਮੇਂ ਬਾਅਦ ਉਦੋਂ ਫਿਰ ਕਾਂਗਰਸ ਵਰਸਸ ਆਲ ਆ ਗਿਆ ਸੀ।
ਬਿਲਕੁਲ ਐਂਟੀ ਕਾਂਗਰਸਿਜ਼ਮ ਬਹੁਤ ਵੱਡੇ ਪੱਧਰ ਤੇ ਚੱਲਿਆ, ਜਿਹੜੇ ਕਹਿੰਦੇ ਸੀ ਵੀ ਇਹਨੂੰ ਖਤਮ ਕਰੋ, ਇਹਨੂੰ ਖਤਮ ਕਰੋ। ਐਂਟੀ ਕਾਂਗਰਸਿਜ਼ਮ ਵੀ ਸਕਸੈਸਫੁਲ ਹੋਇਆ ਤਾਂ ਫਿਰ ਐਂਟੀ ਬੀਜੇਪੀਜ਼ਮ ਕੀ ਕੋਈ ਇਜ਼ਮ ਹੁੰਦਾ? ਨਹੀਂ, ਇਜ਼ਮ ਕੋਈ ਨਹੀਂ ਹੁੰਦਾ ਨਾ, ਐਂਟੀ ਕਾਂਗਰਸਿਜ਼ਮ ਕੋਈ ਇਜ਼ਮ ਸੀ, ਉਹ ਤਾਂ ਕੇਵਲ ਇੱਕ ਲੋਕਾਂ ਨੂੰ ਦੇ ਸੈਂਟੀਮੈਂਟ ਹੁੰਦਾ ਕਿ ਹੁਣ ਇਹਨੂੰ ਬਹੁਤ ਚਿਰ ਹੋ ਗਿਆ, ਇਹਨੂੰ ਹਟਾ ਕੇ ਕੁਝ ਕਰੀਏ। ਪਰ ਜਿਵੇਂ ਬੀਜੇਪੀ ਵੀ ਸੱਤਾ ਚ ਆਈ ਸੀ, ਉਹ ਕੇਵਲ ਐਂਟੀ ਬੀਜੇਪੀ ਜਾਂ ਐਂਟੀ ਮੋਦੀਜ਼ਮ ਤੇ ਨਹੀਂ ਆਈ ਸੀ। ਬੀਜੇਪੀ ਨੇ 2014 ਚ ਕਿੰਨੇ ਲੈਵਲ ਤੇ ਐਗਰੀਮੈਂਟ ਕੀਤੇ, ਕਿੰਨੀਆਂ ਰੀਜਨਲ ਪਾਰਟੀਆਂ ਨਾਲ ਕੀਤੇ, ਕਿੰਨੇ ਜਿਹੜੀ ਗੱਲ ਅਨਿਲ ਸਰੀਜ ਜੀ ਕਹਿ ਰਹੇ ਸੀ, ਜਿਹਨਾਂ ਨੂੰ ਟ੍ਰਾਂਸਲੇਟ ਕਰਾਂ, ਇਟ ਹੈਜ਼ ਅ ਪੁਆਇੰਟ। ਵਾਟ ਹੀ ਸੇਇੰਗ ਐਸੈਂਸ਼ੀਅਲੀ ਕਿ ਮੋਦੀ ਸਾਹਿਬ ਨੇ ਇੱਕ ਇਮੇਜ ਆਪਣਾ ਪ੍ਰੋਜੈਕਟ ਜਿਹੜਾ ਕੱਲ ਉਹਨਾਂ ਦਾ ਹੋਇਆ ਉਹ ਹੈ ਦੈਟ ਹੀ ਇਜ਼ ਅ ਲੀਡਰ ਇਨ ਕੰਟਰੋਲ। ਠੀਕ ਹੈ, ਜਿਹੜਾ ਰਾਹੁਲ ਗਾਂਧੀ ਦਾ ਇਮੇਜ ਪ੍ਰੋਜੈਕਟ ਹੋਇਆ ਐਟ ਬੈਸਟ, ਜੇ ਮੈਂ ਰਾਹੁਲ ਗਾਂਧੀ ਦੇ ਪ੍ਰਤੀ ਬਹੁਤ ਭਲਾ ਵੀ ਸੋਚਦਾ ਹਾਂ, ਉਹਨਾਂ ਦਾ ਹੋਇਆ ਕਿ ਇੱਕ ਕਾਂਗਰਸ ਪ੍ਰੈਜ਼ੀਡੈਂਟ ਹੈ ਜਿਹੜਾ ਇਹ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਵੀ ਲੀਡਰ ਹਾਂ। ਅਜੇ ਬਹੁਤ ਫਾਸਲਾ ਸਰ। ਸਵਾਲ ਇਹੀ ਹੁੰਦਾ ਹੈ ਕਿ ਪਹਿਲਾਂ ਵੀ ਨਰਿੰਦਰ ਮੋਦੀ ਕੋਈ ਲੀਡਰ ਬੀਜੇਪੀ ਚ ਸਭ ਤੋਂ ਸੁਪਰੀਮ ਲੀਡਰ ਥੋੜੀ ਸੀ ਇੱਕ ਜ਼ਮਾਨੇ ਚ, ਔਰ ਡਾਇਰੈਕਟ ਜਾ ਕੇ ਚੀਫ ਮਿਨਿਸਟਰ ਜਿਹੜੇ ਇੱਕ ਜ਼ਮਾਨੇ ਚ ਸੁਪਰੀਮ ਲੀਡਰ ਸੀਗੇ ਉਹ ਤਾਂ ਬੈਠੇ ਸੀ, ਲੀਡਰ ਮਰਜ ਹੋ ਜਾਂਦੇ ਨੇ। ਲੀਡਰ ਬੀਜੇਪੀ ਦਾ ਸਭ ਤੋਂ ਸਟਰੋਂਗ ਮੋਦੀ ਬੀਜੇਪੀ ਦੇ ਮਰਜ ਹੋ ਗਏ। ਮੈਨੂੰ ਲੱਗਦਾ ਕਿ ਬੀਜੇਪੀ ਦੀ ਖਾਸੀਅਤ ਸਟਰੋਂਗ ਲੀਡਰ ਚ ਨਹੀਂ ਸੀ। ਬੀਜੇਪੀ ਦੀ ਲੀਡਰ ਇੱਕ ਕਾਲਜੀਅਮ ਲੀਡਰਸ਼ਿਪ, ਇੱਕ ਕਾਲਜੀਅਮ ਸੀ ਕਿ ਅਡਵਾਨੀ ਕਲੈਕਟਿਵ ਚ ਕਿ ਵਾਜਪਾਈ ਸਾਹਿਬ ਨੇ, ਅਡਵਾਨੀ ਸਾਹਿਬ ਨੇ, ਜੋਸ਼ੀ ਜੀ ਨੇ, ਅਲੱਗ-ਅਲੱਗ ਟਾਈਪ ਦੇ ਕਲੈਕਟਿਵ ਚ, ਉਹਦੇ ਨਾਲ ਇਨਰ ਡੈਮੋਕ੍ਰੇਸੀ ਵੀਕ ਹੁੰਦੀ ਹੈ। ਪਾਰਟੀ ਵਿਦ ਡਿਫਰੈਂਸ ਦਾ ਜਿਹੜਾ ਕੁਐਸਚਨ ਹੈ, there are many ways ਜਿਨ੍ਹਾਂ ਵਿੱਚ ਡੈਮੋਕ੍ਰੇਸੀ ਅੱਗੇ ਵਧੀ। ਸਰ let me draw your other panelists into it। ਬਹੁਤ ਬੜੇ ਤਰੀਕੇ ਨਾਲ ਸੰਜੀਵ ਜੀ ਜਿਨ੍ਹਾਂ ਨਾਲ ਡੈਮੋਕ੍ਰੇਸੀ ਅੱਗੇ ਵਧਦੀ ਹੈ। ਕੱਲ ਮੋਦੀ ਨੇ ਜਿਸ ਤਰੀਕੇ ਨਾਲ ਆਪਣੇ ਪੋਟੈਂਸ਼ੀਅਲ ਐਲਾਈਜ਼ ਬਾਰੇ ਗੱਲ ਕੀਤੀ ਹੈ, ਦੇਵੇ ਗੌੜਾ ਦੇ ਬਾਰੇ ਬੜੇ ਭਲੇ ਸ਼ਬਦ ਵਰਤੇ ਨੇ, TRS ਵਾਲੇ ਜਿਹੜੇ ਕੀ ਨਾਮ ਉਹਨਾਂ ਦਾ ਚੰਦਰਸ਼ੇਖਰ ਰਾਓ, ਉਹਨਾਂ ਬਾਰੇ ਵੀ ਅੱਛੇ ਸ਼ਬਦ ਬੋਲੇ ਨੇ, ਪ੍ਰੇਜ਼ ਹੀ ਕੀਤੀ ਹੈ ਕਿ TRS ਵਾਲਿਆਂ ਨੇ ਬੜੀ ਇਮਾਨਦਾਰੀ ਨਾਲ ਆਪਣੀ ਸਟੇਟ ਬਣਾਈ ਹੈ, ਬਹੁਤ ਵਧੀਆ ਤਰੀਕੇ ਨਾਲ ਤੇਲੰਗਾਨਾ ਬਣਾ ਲਿਆ। ਤੇ ਚੰਦਰ ਬਾਬੂ ਨਾਇਡੂ ਵਾਲੇ ਵੀ, ਅਜੇ ਕਿ TDP ਸੀ ਜਿਸ ਨੇ ਨੋ ਕੌਨਫੀਡੈਂਸ ਮੋਸ਼ਨ ਮੂਵ ਕੀਤਾ ਸੀ। ਨਿਸ਼ਾਨਾ ਭਾਵੇਂ ਮੋਦੀ ਸਾਹਿਬ ਦਾ ਰਾਹੁਲ ਗਾਂਧੀ ਤੇ ਰਿਹਾ ਤੇ ਕਾਂਗਰਸ ਤੇ ਰਿਹਾ ਹੈ, ਨੋ ਕੌਨਫੀਡੈਂਸ ਉਹਨਾਂ ਦੀ ਸਰਕਾਰ ਵਿੱਚ ਮੋਸ਼ਨ TDP ਲੈ ਕੇ ਆਈ ਹੈ। ਪਰ ਚੰਦਰ ਬਾਬੂ ਨਾਇਡੂ ਬਾਰੇ ਵੀ ਉਹਨਾਂ ਨੇ ਚੰਗਾ ਹੀ ਕਿਹਾ, ਉਹ ਕਹਿੰਦਾ ਮੈਂ ਟੈਲੀਫੋਨ ਕਰਕੇ ਕਿਹਾ ਸੀ ਇਹ YSR ਜਗਨਨਾਥ ਰੈਡੀ ਦੇ ਜਾਲ ਵਿੱਚ ਨਾ ਫਸੋ। ਸੋ ਦੇਵੇ ਗੌੜਾ ਬਾਰੇ ਵੀ ਮੈਂ ਪਹਿਲੇ ਕਿਹਾ ਤਾਂ, ਮੁਲਾਇਮ ਸਿੰਘ ਦੀ ਵੀ ਉਹਨਾਂ ਨੇ ਪ੍ਰੇਸ ਕੀਤੀ, ਉਹਨਾਂ ਨੇ ਕਿਹਾ ਬੜੀ ਹੰਬਲ ਬੈਕਗ੍ਰਾਉਂਡ ਤੋਂ ਆਏ ਸੀ। ਸ਼ਰਦ ਪਵਾਰ ਜੀ ਦੀ ਵੀ ਬੜੀ ਸਟਲ ਜੀ ਪ੍ਰੇਸ ਸੀ। ਸੋ ਤੁਹਾਨੂੰ ਲੱਗਦਾ there is a game that ਮੋਦੀ ਸਾਹਿਬ is playing, ਇੱਕ ਖੇਡ ਮੋਦੀ ਸਾਹਿਬ ਖੇਡ ਰਹੇ ਨੇ, ਬੜੀ ਸਿੰਪਲ ਜੀ ਗੱਲ ਹੈ, ਪੋਟੈਂਸ਼ੀਅਲ ਐਲਾਈਜ਼ ਨੂੰ ਬੜੀ ਸਿੰਪਲ ਜੀ ਗੱਲ ਹੈ ਕਿ ਅਸੀਂ ਤਿਆਰ ਹਾਂ, ਜੁੜ ਸਕਦੇ ਹੋ। ਦੋ ਗੱਲਾਂ ਨੇ, ਮੋਦੀ और वाजपेयी में एक बड़ी बेसिक अंतर है। वाजपेयी ने जो एक हिंदुस्तान में कोलिशन पॉलिटिक्स का जो एक प्रेस्टीज बनाया सी, वो मोदी ने उन्होंने फिनिश करता। शिवसेना साथ में नहीं है, जेडीयू गठबंधन, नहीं, वो देखो ये सिर्फ ये टोटल कैलकुलेशन मैथमेटिक्स वाला ना लगाओ। शिवसेना ने कल जो मुद्दा उठाया है, नहीं, शिवसेना ने बहुत इंपॉर्टेंट मुद्दा उठाया है कि पब्लिक के सामने, पब्लिक के जो डिमांड हैगी ਉਹਦੇ गवर्नमेंट उस फ्रंट पे फेल्योर है, इंपॉर्टेंट। सेकंड नहीं, सेकंड जितने भी इलाज ने अभी विद इन गवर्नमेंट, वो क्या पार्लियामेंट में बैठते नहीं, वो नहीं बताते दूसरे इलाज कि की हो रहा है सरकार में। नहीं, एक मिनट मेरी गल पूरा लेट मी आशुतोष जी इनटू इट सिंस ही इज एन एक्सपर्ट ऑन द मैटर। आशुतोष जी की शिवसेना का जाना कि ये बार्गेनिंग है, बेसिकली कोई दरवाजा बंद। मेरी गल तो सुनो ना, शिवसेना से मेरी गल सुनो, शिवसेना से 2 बार अमित शाह ने मुलाकात की थी, उस दिन मुलाकात की सारा कुछ ठीक है। नहीं, परसों खबर आ गया कि शिवसेना सपोर्ट कर रहा है, शिवसेना क्या नहीं, हम नहीं सपोर्ट कर रहे हैं पब्लिक। तो एक चीज देखो, जब इतना पुराने इलाज नाल अगर सरकार बीजेपी का ये हालत हो सकता है, तो बाकी इलाज क्यों आएंगे? देखिए, जो 90s में बीजेपी कोलिशनेबल थी, क्योंकि बीजेपी बहुत सारे स्टेट में नंबर 3 नंबर 4 पे थी, तो वो रीजनल पार्टीज के लिए खतरा नहीं थी, जो कांग्रेस की हालत पहले थी। आज कांग्रेस कोलिशनेबल हो रही है, बीजेपी अब नंबर 1 पर बीजेपी क्यों कोलिशनल हो गई? वो पहले ही नंबर 1 पे, तो कोलिशनेबल क्यों होंगे? कोलिशनेबल नंबर 2 नंबर 1 है, तो इट्स अ कंटेंडर फॉर पावर। तो ये पहली चीज हो गई। दूसरी चीज, ठीक है, ये संजीव से कहीं मैं थोड़ा सा सहमत हूं कि कोई एक पर्सनल भी एक चीज होती है, लीडरशिप स्टाइल। तो जो लीडरशिप स्टाइल कहते हैं ना, लैंग्वेज ऑफ पॉलिटिक्स, जो मॉरिस जोन्स ने कहा था, तो इनकी जो लैंग्वेज ऑफ पॉलिटिक्स है मोदी शाह की, उसमें कहीं ना कहीं वो मेरे ख्याल में फॉल्ट लाइन है जो इलाज विश्वास नहीं करते। अडवाणी की जो लैंग्वेज थी वो ज्यादा एकोमोडेटिव थी। since you understand these things,
ਕਿ ਰਾਜਨਾਥ ਸਿੰਘ ਉਸ ਵੈਕਿਊਮ ਨੂੰ ਭਰ ਨਹੀਂ ਸਕਦੇ ਸੀ, ਉਹਨਾਂ ਕੋਲ ਉਹ ਭਾਸ਼ਾ ਵੀ ਸੀ। ਸੁਸ਼ਮਾ ਸਵਰਾਜ ਭਰ ਸਕਦੀ ਸੀ, ਜਿਨ੍ਹਾਂ ਕੋਲ ਬੜੀ ਮੇਲ ਮਿਲਾਪ ਤੇ ਮੁਹੱਬਤ ਦੀ ਭਾਸ਼ਾ ਹੈ। ਇਹ ਕਹਿਣ ਦੇ ਬਾਵਜੂਦ ਕਿ ਜੇ ਕੋਈ ਇਟਾਲੀਅਨ ਬਣ ਗਈ ਪ੍ਰਧਾਨ ਮੰਤਰੀ ਤੇ ਮੈਂ ਸਿਰ ਮੁੜਾ ਦਿਆਂਗੀ, ਪਰ ਇਹਦੇ ਬਾਵਜੂਦ ਉਹਨਾਂ ਕੋਲ अभी वो भरने की कोशिश हो रही है, कोशिश हो रही है 2019 लिए 2019 ਫੋਰਨ लिए ਮਿਨਿਸਟਰ ਬਣਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਮੈਂ ਅੱਗੇ ਦੀ ਗੱਲ ਕਰ ਰਿਹਾ। नहीं, मुझे नहीं ਅਜੇ ਤਾਂ ਉਹਨਾਂ ਨੇ ਫੋਰਨ ਮਿਨਿਸਟਰ ਦੀ ਸਹੁੰ ਚੁੱਕੀ, ਬਣਨ ਦੀ ਕੋਸ਼ਿਸ਼ ਹੈ। नहीं 4 ਸਾਲਾਂ ਤੋਂ 2019 में हो सकता है, 2019 के लिए होने वाला है, अनिल सरीन जी कांग्रेस वाला है नहीं, मैं तो 89 के बीच कोई कह रहा है संजीव जी कांग्रेस कमी पूरी कर रहे हैं। अगर प्रणब मुखर्जी ਨੂੰ आरएसएस अगर अपने फंक्शन में बुला रहे हैं तो की तुसी कहोगे, इन्हों की कहोगे? आप आने को तैयार हो जाओ, आपको भी इनवाइट करने को तैयार है। तो गेम चल रही है ना। पंजाब मुखर्जी जा रहे हैं ना, पंजाब तो वही तो कह रहा हूं, जे कहीं ना कहीं कांग्रेस में जड़ा नहीं लगतियां ने, ते हम तो आपको इनवाइट करना, आप भी आइए ना किसी कार्यक्रम में। मैं कह रहा हूं कि हम आपको भी इनवाइट करते आइए किसी कार्यक्रम में। ये गल तो चल रही है ना। वन सेकंड लेट्स मूव ऑन टू डिफरेंट जी। जो बस एक और बात करना चाहूँ, हमीर जी ने बहुत अच्छी बात करी कि एक इस जो पूरी बहस हुई इसमें कहीं ना कहीं एक तो ये था कि कांग्रेस एक अपने को मतलब प्रोजेक्ट करने की कोशिश कर रही है एक कोलिशन लीडर के रूप में, जो रीस्टैब्लिश करने की कोशिश करी। दूसरी चीज ये भी थी कि रीजनल पार्टीज ने जो भी बोला लीडर्स ने, मैंने सब सुना काफी कुछ, उन्होंने अपने मुद्दों पे जोर रखा। तो ये कहीं ना कहीं एक कोशिश है कि सेंटर स्टेट रिलेशन में कहीं ना कहीं जो परिवर्तन आया उसको फिर से गोइंग बैक टू द 90s व्हेन द स्टेट्स वर बिकमिंग ऑटोनमस एंड वेरी पावरफुल एक्टर। तो ये तो पहली चीज हुई। दूसरी चीज मुझे ये लगा कि पूरी बहस में जैसे राहुल जी ने कहा कि मैं हिंदू बनने की कोशिश कर रहा हूं, मैं भारतीय बनने की कोशिश कर रहा हूं, और कहीं भी जो उनसे उम्मीद थी कि वो माइनॉरिटीज का नाम मैं अगले सेगमेंट करांगा। पर एक चीज होर जी राहुल गांधी ने नहीं कही अमीर जी, ਤੇ ਤੁਸੀਂ ਇਹਦੇ ਤੇ ਬਹੁਤ ਗੱਲ ਕਰਦੇ ਹੋ, ਇਹ ਤਾਂ ਸਰਕਾਰ ਦੁਬਾਰਾ ਪਾਵਰ ਵਿੱਚ ਆ ਗਈ ਸੀ ਨਰੇਗਾ ਦੇ ਸਿਰ ਦੇ ਉੱਤੇ। ਇਹ ਤਾਂ ਆਰਟੀਆਈ ਦੀ ਬੜੀ ਗੱਲ ਕਰਦੇ ਸੀ। ਕੱਲ ਮੈਂ ਫੂਡ ਸਿਕਿਉਰਿਟੀ ਐਕਟ ਬਾਰੇ, ਆਰਟੀਆਈ ਬਾਰੇ, ਨਰੇਗਾ ਬਾਰੇ ਜਿਹੜੀ ਯੂਪੀਏ ਦੀਆਂ ਵੱਡੀਆਂ ਅਚੀਵਮੈਂਟ ਸੀ, ਰਾਹੁਲ ਗਾਂਧੀ ਜੀ ਦੱਸਣਾ ਭੁੱਲ ਗਏ ਕਿ ਰਾਹੁਲ ਗਾਂਧੀ ਜੀ ਨੇ ਯਾਦ ਨਾਲ ਲਿਖ ਲਿਆ ਸੀ ਕਿ ਇਹਦੀ ਕੋਈ ਗੱਲ ਨਹੀਂ ਕਰਨੀ, ਇਹ ਹੁਣ ਨਹੀਂ ਵਿਕਦਾ ਸਮਾਨ। ਮੈਨੂੰ ਲੱਗਦਾ ਭੁੱਲਣ ਦਾ ਸਵਾਲ ਨਹੀਂ ਹੁੰਦਾ ਜਦੋਂ ਇੰਨੇ ਲੋਕ ਮਿਲ ਕੇ ਕੋਈ ਕਿਸੇ ਦਾ ਭਾਸ਼ਣ ਲਿਖਾਉਂਦੇ ਹੋਣ, ਐਸਟੈਬਲਿਸ਼ ਕਰ ਰਹੇ ਸੀ ਆਪਣੇ ਆਪ ਨੂੰ, ਤਾਂ ਗੱਲ ਨਹੀਂ ਹੈ ਕੋਈ ਕਿ ਉਹ ਨਾ ਹੋਏ। ਮੈਨੂੰ ਲੱਗਦਾ ਯੂਸੀ ਪੁਆਇੰਟ ਜ਼ਿਆਦਾ ਨਹੀਂ ਬਣਦੇ ਉਸ ਲੈਵਲ ਤੇ। ਹਾਲਾਂਕਿ ਆਮ ਆਦਮੀ ਦੀ ਤਾਂ ਜ਼ਿੰਦਗੀ ਮੌਤ ਦਾ ਸਵਾਲ, ਜ਼ਿੰਦਗੀ ਮੌਤ ਦਾ ਸਵਾਲ ਆਮ ਆਦਮੀ ਦਾ ਹੈ ਤੇ ਲੀਡਰ ਆਫ ਆਪੋਜੀਸ਼ਨ ਦੀ ਗੱਲ ਨਹੀਂ ਕਰ ਰਿਹਾ। ਡਾਕਟਰ ਮਨਮੋਹਨ ਸਿੰਘ ਦੀ ਸੈਕੰਡ ਗਵਰਨਮੈਂਟ ਆਈ ਹੋ ਇਹਨਾਂ ਗੱਲਾਂ ਤੇ ਸੀ, ਮਨਰੇਗਾ ਸੀ, ਆਰਟੀਆਈ ਸੀ, ਇਹ ਬੜੇ ਵੱਡੇ ਮੁੱਦੇ ਸੀ ਗਰੀਬੀ ਸੈਕਟਰ ਦੀ, ਇਕਨੋਮੀ ਵੀ ਅੱਛੀ ਚੱਲ। ਔਰ ਜੇ ਰਾਹੁਲ ਗਾਂਧੀ ਜੀ ਨੇ ਕਈ ਸਿਆਣੀਆਂ ਗੱਲਾਂ ਕੀਤੀਆਂ, ਉਹਨਾਂ ਨੇ ਇਹ ਨਹੀਂ ਦੱਸਿਆ ਵੀ ਪੰਜਾਬ 'ਚ ਸਾਡੀ ਸਰਕਾਰ ਨੇ ਬੜੇ ਵੱਡੇ ਵੱਡੇ ਕਰਜ਼ੇ ਕਿਸਾਨਾਂ ਦੇ ਮਾਫ ਕਰਤੇ, 6 ਫੁੱਟੇ ਰਾਹੁਲ ਗਾਂਧੀ ਨੇ ਇਹ ਨਹੀਂ ਕੀਤਾ। ਇਹ ਤਾਂ ਕਹਿੰਦੇ ਰਹੇ ਕਿ ਅਸੀਂ ਗਰੀਬ, ਕਰਨਾਟਕ ਦੇ ਯਾਦ ਆਉਂਦੇ, ਅਮਰਿੰਦਰ ਸਿੰਘ ਦੇ ਨਹੀਂ ਯਾਦ ਆਉਂਦੇ, ਬੜੀ ਮਾੜੀ। ਇਹ ਕਹਿੰਦੇ ਰਹੇ ਕਿ ਅਸੀਂ ਗਰੀਬ ਨਾਲ ਆ ਤੇ ਮੋਦੀ ਜੀ ਉਹਨਾਂ ਦੇ ਨਾਲ ਨੇ, ਜਿਹੜੇ ਕਾਰਪੋਰੇਟ ਨਾਲ ਨੇ, ਚਾਰ ਘਰਾਣਿਆਂ ਦੀ। ਪਰ ਜਿਹੜਾ ਕੁਝ ਕੀਤਾ ਜੇ ਉਹਨੂੰ ਮੇਰੇ ਖਿਆਲ ਲਿਆਉਂਦੇ ਤਾਂ ਜ਼ਿਆਦਾ ਕਾਮਯਾਬੀ ਉਸ ਮਾਮਲੇ 'ਚ ਦੇਖਣ ਨੂੰ ਮਿਲਦੀ ਕਿ ਇਸ ਪਾਸੇ ਵੀ ਜਾਣ ਦੀ ਲੋੜ ਹੈ। ਔਰ ਇਹਦੇ ਨਾਲ ਦੀ ਨਾਲ ਹੀ ਇਹੀ ਹੈ, ਇਸੇ ਕਰਕੇ ਤੈਅ ਹੈ ਕਿ ਜਿਹੜੇ ਰੂਰਲ ਇਕਨੋਮੀ ਦਾ ਇਸ਼ੂ ਹੈ ਉਹ ਟੋਟਲ ਡਿਬੇਟ ਤੋਂ ਮਿਸਿੰਗ ਰਿਹਾ। ओवरऑल रूरल इकोनॉमी ਦਾ ਉਹ ਚ ਮਨਰੇਗਾ ਵੀ ਉਹਦਾ ਇੱਕ ਹਿੱਸਾ ਹੈ, ਕਿਸਾਨ ਦੀ ਡਿਵੈਲਪਮੈਂਟ ਵੀ ਉਹਦਾ ਇੱਕ ਹਿੱਸਾ ਹੈ, ਐਗਰੀਕਲਚਰ ਦੀ ਰੇਟ ਆਫ ਗਰੋਥ ਵੀ ਉਹਦਾ ਇੱਕ ਹਿੱਸਾ ਹੈ, ਇੰਪਲਾਇਮੈਂਟ ਵੀ ਉਹਦਾ ਇੱਕ ਹਿੱਸਾ ਹੈ। ਔਰ ਟੋਟਲ ਇਹਦਾ ਮਤਲਬ ਪਾਰਲੀਮੈਂਟ ਇੱਕ ਸੈਂਟੀਮੈਂਟ ਇਸ ਲੈਵਲ ਦਾ ਬਣ ਗਿਆ ਕਿ ਇਹਨੂੰ ਰੈਫਰੈਂਸ ਪੁਆਇੰਟ ਦੇ ਤੌਰ ਤੇ ਉਠਾਓ। ਇੱਕ ਸੈਗਮੈਂਟ ਹੋ ਰਿਹਾ ਸਾਡੇ ਕੋਲ, ਇਹਨੂੰ ਰੈਫਰੈਂਸ ਪੁਆਇੰਟ ਤੇ ਉਠਾਓ ਤੇ ਬਾਕੀ ਦੀਆਂ ਚੀਜ਼ਾਂ ਆਪਣੇ ਆਪ ਕਰਾਂਗੇ। ਤੇ ਆਸ਼ੂਤੋਸ਼ ਜੀ ਨੇ ਜਿਹਦੇ ਵੱਲ ਧਿਆਨ ਦਿਵਾਇਆ ਹੈ ਕਿ ਮਾਈਨੋਰਿਟੀ ਕੰਸਰਨਸ ਦੀ ਗੱਲ ਉਸ ਰੂਪ ਦੇ ਵਿੱਚ ਨਹੀਂ ਆਈ। ਮੈਂ ਸ੍ਰੀ ਸਭ ਦੁਆਰਾ ਆਵਾਂਗਾ ਤੁਹਾਡੇ ਕੋਲ ਐਸ ਸੂਨ ਐਸ ਵੀ ਕਮ ਬੈਕ ਆਫਟਰ ਦਿਸ ਬ੍ਰੇਕ। ब्रेक तो बाद फिर स्वागत है जी। चर्चा कर रहे हैं पार्लियामेंट ने जिस तरीके दे नाल नो कॉन्फिडेंस मोशन डिस्कस किया, 12 घंटे अंधा धुंध फायरिंग, बाद एक जफ्फी भी पई है, पर जफ्फी ने तो बड़ा रफड़ पा दिता। असी उस रफड़ तो अगे जाके गल कर रहे हैं। साडे नाल डॉक्टर आशुतोष कुमार ने, पोलिटिकल साइंटिस्ट, अनिल सरीन जी ने बीजेपी तो, हमीर सिंह जी ते संजीव पांडे जी ने सीनियर पत्रकार। आशुतोष जी, देश में जगह जगह के उत्ते जिस किस्म दी घटनावां हुईयां, भीड़ तंत्र, घेर के मार दिओ, चाहे बच्चा चुकन की अफवाह तो बाद, चाहे कोई गावां ले जा रहा इस अफवाह तो बाद, कोई कहते जी ट्रेन च सीट पिछे झगड़ा सी जी, भीड़ ने रल के मार दिता, पहला नहीं सी मारती भीड़ इन्हां गल्लां दे विच। जिस वेले राहुल गांधी ने गल की सारी, उन्होंने माइनॉरिटी कंसर्नस की गल बहुत लिमिटेड शब्दों की, शब्द सैकुलरिज्म वरत्या भी नहीं। उन्होंने अंबेडकर ते कॉन्स्टिट्यूशन की गल की, पर नाल दी नाल अपनियां हिंदू वैल्यूज़ नूं अंडरलाइन किया। वो कहते हैं
जहां भी देखो कहीं ना कहीं किसी ना किसी हिंदुस्तानी की हत्या हो रही है, पीटा जा रहा है, दबाया जा रहा है। ਤੁਹਾਨੂੰ ਲੱਗਦਾ ਜਿਸ ਵੇਲੇ ਉਹ ਗੱਲ ਕਰਨਗੇ ਤਾਂ ਜ਼ਾਹਿਰ ਤੌਰ ਤੇ ਉਹ ਦੇਸ਼ ਵਿੱਚ ਫੈਲੇ ਇਸਲਾਮੋਫੋਬੀਆ ਦੀ ਗੱਲ ਕਰਨਗੇ। उन्होंने ये सब नहीं किया। उन्होंने क्या है, जो हो रहा है अंबेडकर जी के संविधान पर और इस हाउस पर हमला हो रहा है। फिर उन्होंने बाद में किया कि मैं आपको दिल से धन्यवाद करना चाहता हूँ। मोदी जी ने कह रहे सी, आपने मुझे मेरा धर्म सिखाया है, आपने मुझे शिवजी का मतलब सिखाया है, हिंदू होने का मतलब सिखाया है। वो कम वक्त सैकुलरिज्म का मतलब किन्ने राहुल गांधी ने सिखाना सी ते क्यों राहुल गांधी ने मोदी नूं नहीं सिखाना सी ते इस पार्लीमेंट में ये गल नहीं गूंजनी सी। ਕੀ ਤੁਹਾਨੂੰ ਲੱਗਦਾ ਹੈ ਦੇਸ਼ ਦੀਆਂ ਜਿਹੜੀਆਂ ਮਾਈਨੋਰਿਟੀਜ਼ ਨੇ ਉਹ ਇਸ ਗੱਲ ਨੂੰ ਨਹੀਂ ਨੋਟਿਸ ਕਰ ਰਹੀਆਂ ਹੋਣਗੀਆਂ? ਤੇ ਇੱਕ ਮਾਈਨੋਰਿਟੀ ਅਸੀਂ ਬੈਠੇ ਹਾਂ ਪੰਜਾਬ ਦੇ ਵਿੱਚ ਤੇ ਲਿੰਚਿੰਗਸ ਦੀ ਗੱਲ ਰਾਜਨਾਥ ਸਿੰਘ ਰਾਂ ਨੇ ਕੀਤੀ ਹੈ। ਉਹਨਾਂ ਨੇ ਕਿਹਾ ਇਸ ਦੇਸ਼ ਦੇ ਵਿੱਚ ਜੇ ਸਭ ਤੋਂ ਵੱਡੀਆਂ ਮੌਬ ਲਿੰਚਿੰਗ ਸੀਗੀਆਂ 3000 ਸਿੱਖਾਂ ਨੂੰ ਇਸ ਦੇਸ਼ ਦੀ ਰਾਜਧਾਨੀ ਦੇ ਵਿੱਚ ਭਜਾ ਕੇ ਕੁੱਟ ਕੇ ਗਲਾਂ 'ਚ ਟਾਇਰ ਪਾ ਕੇ ਸਾੜਿਆ ਗਿਆ ਤੇ ਉਹਦੀ ਗੱਲ ਨਹੀਂ ਹੋਈ। ਗੱਲ ਤੇ ਮਾੜੀ ਬੜੀ ਰਾਜਨਾਥ ਸਿੰਘ ਨੇ ਕੀਤੀ ਹੈ ਕਿ ਅਸੀਂ ਪਾਰਲੀਮੈਂਟ ਦੀ ਮਰਿਆਦਾ ਦਾ ਧਿਆਨ ਰੱਖਿਆ ਤੇ ਨੋ ਕੌਨਫੀਡੈਂਸ ਮੋਸ਼ਨ ਨਹੀਂ ਲੈ ਕੇ ਆਏ ਸੀ। ਉਸ ਵੇਲੇ ਕਿਉਂ ਨਹੀਂ ਸੀ ਲੈ ਕੇ ਆਏ? ਲਿਆਣਾ ਚਾਹੀਦਾ ਸੀ। ਕੀ ਮਤਲਬ ਹੁੰਦਾ ਕਿ ਸਰਕਾਰਾਂ ਦਾ ਕਿਹੜੀ ਮਰਿਆਦਾ ਪੁਰਸ਼ੋਤਮ ਹੈ ਜਿਹਦੇ ਤੁਸੀਂ 3000 ਲੋਕਾਂ ਦੀ ਮੌਤ ਹੋ ਜਾਵੇ ਤੇ ਨੋ ਕੌਨਫੀਡੈਂਸ ਮੋਸ਼ਨ ਨਾਲ ਲੈ ਕੇ ਆਓ? ਤੇ ਵਾਈਜ਼ ਕਾਂਗਰਸ ਨਾਟ ਸਪੀਕਿੰਗ, ਜਿਹੜੀ ਐਮਰਜੈਂਸੀ ਤੇ ਨਹੀਂ ਬੋਲਦੀ, ਉਹ ਹੁਣ ਮਾਈਨੋਰਿਟੀਜ਼ ਬਾਰੇ भी नहीं बोलती। नहीं तो लास्ट वॉइस बंद हो गई। नहीं, अगर इंटॉलरेंस की बात करें तो कांग्रेस रिजीम में भी चर्चे जलाए गए थे। उड़ीसा में हमला हुआ था ईसाइयों पे, तो ऐसा बहुत सारी चीजें जलाया गया। आपने अभी राइट्स की बात करी, कांग्रेस का इसमें बिल्कुल ही आज तक किसी को सजा नहीं हुई, तो बहुत बड़ी चीज है। सारे सब पार्टियां दे किरदार बड़े, दे ऑल हैव स्केलेटन्स इन देयर कबर्ड, है ना? ऐसा नहीं है कि ये दूध के धुले हैं। बिल्कुल। मुझे एक चीज ये बहुत औखी बात लगी कि ये जो राहुल गांधी ने जो शिव का नाम, और बाद में फिर मोदी जी ने भी कहा कि मैं चाहता हूं शिव जी आपका वरदान मिले कि आप 2024 में आए। तो ये एक सेक्युलर पार्लियामेंट में, एक सेक्युलर कंट्री में इस तरह से अपने को प्रोजेक्ट करना कि मैं हिंदू बन रहा हूं, इसका मतलब आप अपनी कमजोरी दिखा रहे हो। देखो, आप अगर ऑस्ट्रेलिया जाकर फास्ट बॉलिंग से मैच जीतना चाहोगे, क्रिकेट मैच, तो ये तो मतलब यू आर प्लेइंग ऑन देयर ओन होम टर्फ। अच्छा, क्रिकेट मेरी थोड़ी जी घट है, कई बार मैं एनालॉजी नहीं पिक कर पांदा, पर मैनू इंज जाप रहा जिवें राहुल गांधी कोई RSS लाइट बनाते हैं ना, थोड़ी फिक्की जी RSS फिक्का जिहा भगवा पा रहे हैं कि देखो जी मोदी साहब ते बड़े कट्टर बड़े हिंदू नेता ने, थोड़ा तो मैं भी हिंदू नेता है जी, मेरी भी परवानगी। और जो ये RSS की बात, कंफ्यूज्ड मैन, और जो RSS के तौर पे तुसी शब्द ठीक नहीं करना। एक चीज और मुझे एक चीज और कहना था कि जब आप जैसे पंजाब की बात करते, मुझे ये चीज समझ में नहीं आती, जो अभी मैं सुनील साहब से तय भी रहा था कि अगर राहुल जी बात करते हैं ना सरकार की फेलियर की, तो उनके पास भी तो 2-3 स्टेट में सरकार है। सीतारमैया की अच्छी थी, तो उन्होंने बहुत सारे स्कीम चला के दिखा, तो उसको क्यों नहीं बताते वो अपनी सरकारों के? मोदी जी हमेशा अपने राज्य सरकारों की बातें करते हैं, भले ही थोड़ा कम करते हैं लेकिन करते हैं। अपनी प्रशंसा तो जाहिर करेंगे क्योंकि वो सरकार में ने कभी अमरिंदर सिंह की अचीवमेंट्स की गल नहीं की, कभी नहीं अचीवमेंट्स होंगे तो चलिए नहीं पता। चलो कर्नाटक में नहीं सनी साहब, कर्नाटक में तो अच्छे प्रोग्राम चलाए थे, सितारामैया वाज अ पॉपुलर लीडर, इसमें कोई बात तो उसको उठाना चाहिए उनको। जो सबसे बड़ी कल मुद्दे की इशू था ना जी, नो कॉन्फिडेंस मोशन में जो सबसे बड़ी चीज लैकिंग मुझे महसूस हुई वो था कि मुद्दा विहीन थी। इट वाज मोर कि अपने आप ਨੂੰ ਜੋ ਕਹਿੰਦੇ ਨਾ उसको बट्टा दरिया 'ਚ ਸਿੱਟ ਕੇ ਤੇ ਲਹਿਰਾਂ ਗਿਣਨੀਆਂ। ਰਾਹੁਲ ਗਾਂਧੀ ਔਰ ਇਹਨਾਂ ਦਾ ਪਰਪਸ ਤਾਂ ਬੇਸਿਕਲੀ ਇਹ ਸੀਗਾ ਕਿ ਵੀ ਅਸੀਂ ਕਿੰਨੇ ਕੁ ਇਕੱਠੇ ਲੋਕਾਂ ਨੂੰ ਇਕੱਠੇ ਕਰ ਪਾਏ ਆ ਤੇ ਸਾਡੀ ਕਿੰਨੀ ਕੁ ਪਹੁੰਚ ਗਈ। ਇਹ ਆਪਣਾ ਇਟ ਇਜ਼ ਨਾਟ ਇਹ ਵੀ ਕੋਲੀਸ਼ਨ ਬਿਲਡਿੰਗ, ਇਹ ਨੋ ਕੌਨਫੀਡੈਂਸ ਮੋਸ਼ਨ ਸਰਕਾਰ ਨੇ ਇਸ ਲਈ ਸੀਗਾ, ਇਹ ਕੌਨਫੀਡੈਂਸ ਮੋਸ਼ਨ ਰਾਹੁਲ ਦਾ ਐਂਡ ਅਦਰਸ ਦਾ ਆਪਣਾ ਸੀਗਾ ਕਿ ਸਾਡੇ 'ਚ ਕਿੰਨਾ ਕੌਨਫੀਡੈਂਸ ਹੈਗਾ, ਅਸੀਂ ਕਿੰਨੇ ਕੁ ਇਕੱਠੇ ਹੋ ਗਏ, ਬੁਰਾਈ ਨਹੀਂ ਹੈ, ਅਸੀਂ ਕਿੰਨਾ ਕੁ ਉਹਨੂੰ ਕਰ ਸਕਦੇ। ਲੇਕਿਨ ਤੁਸੀਂ ਵੀ ਠੀਕ ਕਹਿ ਰਹੇ ਹੋ, ਪਰ ਇਹਦੇ 'ਚ ਬੁਰਾਈ ਨਹੀਂ ਹੈ, ਪੋਲਿਟਿਕਸ ਵਿੱਚ ਇਹਦਾ ਵੀ ਕਰੋ ਹੁੰਦਾ। ਲੇਕਿਨ ਨੋ ਕੌਨਫੀਡੈਂਸ ਮੋਸ਼ਨ ਦੇ ਵਿੱਚ ਅੱਛਾ ਹੁੰਦਾ ਜੇ ਮੁੱਦਿਆਂ ਨੂੰ ਲੈ ਕੇ ਚੱਲਦੇ। ਉਹ ਮੁੱਦਾ ਵਿਹੀਨ ਰਹੀ ਇਹ ਤਾਂ ਸਾਨੂੰ ਹਮੇਸ਼ਾ ਚੱਲ ਗਿਆ, ਕੋਈ ਵੀ ਪੋਲੀਟੀਸ਼ੀਅਨ ਮੁੱਦਿਆਂ ਨੂੰ ਲੈ ਕੇ ਚੱਲੇ। ਇੱਕ ਮੁੱਦੇ ਦੀ ਗੱਲ ਮੋਦੀ ਸਾਹਿਬ ਨੇ ਕੀਤੀ ਹੈ ਕਿ 2024 ਤੱਕ ਤੇ ਉਹ ਹੈਗੇ ਹੀ ਨੇ। ਮੈਂ ਨਹੀਂ ਮੁੱਦੇ ਤਾਂ ਪਾਰਲੀਮੈਂਟ ਡਿਸਕਸ ਨਹੀਂ ਕਰ ਰਹੀ। ਅਮੀਰ ਸਾਡੇ ਪਾਰਲੀਮੈਂਟ ਦੇ ਵਿੱਚ
WTO ਦਾ ਵੀ ਸਾਡੀ ਇਕਨੋਮੀ ਤੇ ਕੋਈ ਰੋਲ ਹੈ। ਇੱਕ ਵੀ ਪੋਲੀਟੀਸ਼ੀਅਨ ਦੀ ਜ਼ੁਬਾਨ ਚੋਂ ਕਦੇ ਵੀ ਸਾਰੀ ਪਾਰਲੀਮੈਂਟ ਸੁਣਿਆ ਅਸੀਂ ਰੁਪਏ ਦੇ ਰੇਟ ਬਾਰੇ ਗੱਲ ਕਦੇ ਵੀ ਅਸੀਂ ਮਤਲਬ ਕਦੇ ਸੁਣਿਆ ਕਿ ਅਸੀਂ ਕਹਿੰਦੇ ਵੀ ਖੇਤੀ 'ਚ ਇਹ ਕਰ ਦਾਂਗੇ ਉਹ ਕਰ ਦਾਂਗੇ। ਉਹ WTO ਦਾ ਐਗਰੀਮੈਂਟ ਵਿੱਚ ਫਸਿਆ ਖੜਾ ਹੈ, ਗਵਰਨਮੈਂਟ ਆਫ ਇੰਡੀਆ ਦੇ ਖਿਲਾਫ USA ਚਲਾ ਗਿਆ ਹੈ ਉਸ ਕਮੇਟੀ ਦੇ ਵਿੱਚ, ਤੇ ਕਦੇ ਗੱਲ ਨਹੀਂ ਮਤਲਬ ਪਾਲਿਸੀ ਤੇ ਕਿਉਂਕਿ ਬਹੁਤ ਡਿਫਰੈਂਸ ਨਹੀਂ ਹੈ। ਅਗਲੀ ਗੱਲ ਇਹ ਹੈ ਮੈਨੂੰ ਇਹ ਲੱਗਦਾ ਕਿ ਜਿਹੜਾ ਉਹ ਮਿਨੋਰਟੀ ਦਾ ਕੁਐਸਚਨ ਹੈ ਕਿ ਕਿਤੇ ਨਾ ਕਿਤੇ ਕਾਂਗਰਸ ਵੀ ਪਹਿਲਾਂ ਜਿਹੜਾ ਇਹੋ ਜਿਹਾ ਪੱਤਾ ਖੇਡਦੀ ਰਿਹਾ 84 ਵੀ ਉਹਦੇ ਚ ਆਉਂਦਾ ਕਿ ਵੋਟ ਲੈਣ ਦੇ ਲਈ ਕਿਸੇ ਇੱਕ ਮਿਨੋਰਟੀ ਨੂੰ ਤੁਸੀਂ ਸਾਈਡ ਲਾਈਨ ਵੀ ਕਰਨਾ ਚਾਹੋ ਤਾਂ ਕਰ ਦਿੰਦੇ ਹੋ। ਪਰ ਹੁਣ ਆਉਂਦੇ ਇਹ ਲੱਗ ਗਿਆ ਕਿ ਇੰਨਾ ਪ੍ਰੈਸ਼ਰ ਹੋ ਗਿਆ ਕਿ ਵਿਚਾਰਧਾਰਕ ਤੌਰ ਤੇ ਜਿਹੜਾ ਇੱਕ ਫੇਸ ਵੀ ਲੈਂਦੀ ਸੀ ਸੈਕੂਲਰਿਜ਼ਮ ਦਾ, ਕਾਂਗਰਸ ਵੀ ਵਿਚਾਰਧਾਰਕ ਤੌਰ ਤੇ ਇੱਕ ਲਾਈਨ 'ਚ ਚਲੀ ਗਈ ਹੈ। ਜਿਵੇਂ ਇਕਨੋਮੀ ਦੀ ਮਾਡਲ ਦੇ ਤੌਰ ਤੇ ਇੱਕ ਲਾਈਨ 'ਚ ਚਲੀਆਂ ਗਈਆਂ ਨੇ ਪਾਰਟੀਆਂ, ਉਵੇਂ ਇਸ ਮਾਮਲੇ ਸੋਸ਼ਲ ਮਾਮਲੇ ਦੇ ਵਿੱਚ ਵੀ ਕਿਤੇ ਚਲਾ ਗਿਆ। ਔਰ ਜਿਹਦੇ ਤੇ ਖੜ ਕੇ ਸਟੈਂਡ ਲੈਣ ਦੀ ਲੋੜ ਹੁੰਦੀ ਹੈ ਕਈ ਵਾਰ ਵੋਟ ਤੋਂ ਅੱਗੇ ਜਾ ਕੇ ਕੰਟਰੀ ਨੂੰ ਵੋਟ ਤੋਂ ਜ਼ਿਆਦਾ ਜ਼ਰੂਰਤ ਸੈਕਰੀਫਾਈਸ ਔਰ ਅਪਰੋਚ ਦੀ ਹੁੰਦੀ ਹੈ। ਉਹ ਲੀਡਰਸ਼ਿਪ ਸਾਡੇ ਕੋਲ ਸੰਜੀਵ ਸਾਰੀ ਬਹਿਸ ਤੋਂ ਕਿਉਂਕਿ ਅਸੀਂ ਨੂੰ ਪੋਲੀਟੀਕਲੀ ਪੜ ਰਹੇ ਹਾਂ, ਤੁਹਾਨੂੰ ਕੋਈ ਇਸ ਤਰ੍ਹਾਂ ਦੇ ਬਿੰਬ ਮਿਲਿਆ ਕਿ ਪੋਸੀਬਲੀ 2000 ਕਿਉਂਕਿ 2019 ਦੀਆਂ ਇਲੈਕਸ਼ਨ ਵਾਲੀ ਪੈਂਤੜੇਬਾਜ਼ੀ ਹੋ ਰਹੀ ਸੀ, ਇਹ ਤਾਂ ਸਾਫ਼ ਹੀ ਸੀ, ਤੁਹਾਨੂੰ ਕਿਤੇ ਲੱਗਿਆ ਕਿ ਇਹ ਪੋਸੀਬਲੀ ਜੇ ਸਪੇਸ ਦੇ ਨਾਲ ਚੀਜ਼ਾਂ ਹੋ ਰਹੀਆਂ ਨੇ 2019 ਛੇਤੀ ਹੋ ਸਕਦਾ ਹੈ? ਪੋਸੀਬਲੀ ਅਸੀਂ ਵਨ ਸਿੰਗਲ ਪੋਲ ਵੱਲ ਵੀ ਵੱਧ ਸਕਦੇ ਹਾਂ, ਸ਼ਾਇਦ ਕੁਝ ਰਾਜ ਅਸੈਂਬਲੀਆਂ ਜਿਹੜੀਆਂ ਉਹ ਕਰ ਦਿੱਤੀਆਂ ਜਾਣ, ਜੇ ਸਸਪੈਂਡ ਜਾਂ ਪ੍ਰੈਜ਼ੀਡੈਂਟ ਰੂਲ ਲਗਾ ਦਿੱਤਾ ਜਾਵੇ, ਅਪ੍ਰੈਲ ਤੱਕ ਚੋਣਾਂ ਪੁਸ਼ ਕਰ ਦਿੱਤੀਆਂ ਜਾਣ ਤੇ ਸਾਰੀਆਂ ਇਕੱਠੀਆਂ ਹੋ ਜਾਣ, ਤੇ ਕੀ ਜਿਹੜੀ ਪੈਂਤੜੇਬਾਜ਼ੀ ਆ। ਮੈਂ ਜਲਦੀ ਵਾਲੀ ਗੱਲ ਤਾਂ ਪੁੱਛ ਰਿਹਾ, ਤੁਹਾਨੂੰ ਯਾਦ ਆ ਪ੍ਰਮੋਦ ਮਹਾਜਨ ਨੇ ਇੱਕ ਵਾਰੀ ਮਨਾ ਲਿਆ ਸੀ LK ਅਡਵਾਨੀ ਨੂੰ ਤੇ ਵਾਜਪਾਈ ਸਾਹਿਬ ਨੂੰ, ਸਰ ਛੇਤੀ ਕਰ ਦਿੰਦੇ ਆ ਇਲੈਕਸ਼ਨਾਂ, ਜਿੱਤ ਜਾਂਗੇ ਆਪਾਂ, ਤੇ ਬੜਾ ਨੁਕਸਾਨ ਹੋ ਗਿਆ ਸੀ। ਯੂ ਥਿੰਕ ਇਸ ਕਿਸਮ ਦਾ ਕੋਈ ਤੁਸੀਂ ਰੀਡ ਕਰ ਸਕੇ ਹੋ ਡਿਬੇਟ 'ਚੋਂ ਕਿ ਛੇਤੀ ਇਲੈਕਸ਼ਨਾਂ ਹੋ ਸਕਦੀਆਂ 2019 ਦੀਆਂ, ਪ੍ਰੀਪੋਨ ਹੋ ਸਕਦੀਆਂ? नरेंद्र मोदी कभी इतना बड़ा मिस्टेक नहीं करेंगे। अच्छा, ये मिस्टेक नहीं 100%। राजस्थान मध्य प्रदेश छत्तीसगढ़ का इलेक्शन रिजल्ट का वेट करेंगे, पहली गल। दूजी गल ये है क्लीयर कट की नरेंद्र मोदी सारी बहस में तुसी एक घटना नहीं देखे, जो पूरी बहस हो रही है कि FDRE बिल वापस क्यों लिती गवर्नमेंट ने, राइट टू इन्फॉर्मेशन बिल में जो अमेंडमेंट सी क्यों वापस लेती, कहीं ना कहीं गवर्नमेंट ਨੂੰ ਫੀਡਬੈਕ ਮਿਲ ਰਿਹਾ ਹੈ कि अब अच्छे दिन साढ़े नहीं ने पब्लिक ਦੇ अच्छे दिन ਤੁਸੀਂ छोड़ो। दो बिल वापस हुए ना जिसपे गवर्नमेंट एडमेंट सी स्पोक्समैन नहीं बुलाया ਤੁਸੀਂ? ना कांग्रेस का स्पोक्समैन मैं नहीं हूं, तो बड़ा थोड़ा थैंक्स करी ਤੁਸੀਂ ਮੈਨੂੰ टाइम ਦਿੱਤਾ इतने देर में, ये बड़ा धन्यवाद हैगा कि तूने पहली बार टाइम ਦਿੱਤਾ ਮੈਨੂੰ, तो वो मैं धन्यवाद। और मैं पत्रकार के ਨਾਲ ਗੱਲ कर रहा है कि मैं किसी ਨੂੰ बैलेंस नहीं करदा ना, साडा भाजपा ਨਾਲ कोई लगा ना कांग्रेस कांग्रेस और भाजपा में यही अंतर है कि कांग्रेस छुप के कारपोरेट ਨੂੰ ਮਿਲਦੀ ਸੀ, ਪ੍ਰਧਾਨਮੰਤਰੀ ਖੁੱਲ ਕੇ ਜਹਾਜ਼ में कारपोरेट ਨੂੰ लेके ਮਿਲਦੇ कारपोरेट ਨਹੀਂ ਨੇ। दोनों कारपोरेट ਦੇ ਕੰਟਰੋਲਡ ਪਾਰਟੀ ਨੇ, दोनों आर्मामेंट डीलर ਦੇ ਕੰਟਰੋਲਡ ਪਾਰਟੀ ਨੇ। ਰਾਫੇਲ ਡੋ ਲੋਕ ਕਰ ਰਹੀ ਸੀ, ਉਹ ਬੇਫੋਰਸ ਡੀਲ ਕਰ ਰਹੇ ਸੀ। कॉर्पोरेट कंट्रोल आर्मामेंट डीलर कंट्रोल्ड पार्टी दोनों ने, कांग्रेस ठीक है, लेफ्ट पार्टियां ना लेफ्ट छोड़ो, लेफ्ट भी कहीं ना कहीं हो सकता है फंडिंग लेते होंगे, कहीं ना कहीं लेफ्ट भी फंडिंग ले रहे होंगे। मेरी गल सुनो संजीव जी, मेरे मित्र भी ने, वो आम आदमी वाले पासों गल कर आगे सुनो, नहीं देखो पहली गल सुनो, रीजनल पार्टियां दा पावर ਨੂੰ ਤੁਸੀਂ ਅੰਡਰਮਾਈਨ ਨਹੀਂ ਕਰ ਸਕਦੇ, ਫਿਰ ਮੰਨ ਕੇ ਚਲੋ। और सेकंड ਇੰਨੇ ਬਾਰੇ ਚਰਚਾ ਹੋਇਆ, ਇੰਨੀ ਬੜੀ ਚਰਚਾ ਹੋਈ, तृणमूल ने कल की गल की कहता है कि तुसी सिर्फ तृणमूल सिंडिकेट नहीं गल कर रहे हो, ये जो मोदी सिंडिकेट है बारे में तुसी की कहोगे? पार्लियामेंट में कल आवाज उठी कि ये नीरव मोदी, छोटा मोदी, बड़ा मोदी, ललित मोदी, ये सिंडिकेट दी कल गल उठी। नहीं एक मिनट गल सुनो, नहीं एक मिनट मेरी गल सुनो। रीजनल पार्टियां ने बड़ा इंपॉर्टेंट मसला भी उठाया है, ठीक है, रीजनल पार्टियां तो अपना कंपल्सन है। AIADMK ने भी सरकार ਨੂੰ सपोर्ट किया, लेकिन बड़े अच्छे क्वेश्चन उठाए DMK सरकार दे लाइन कहीं ना कहीं। देखो सेकंड, शिवसेना का जाना क्यों बड़ी प्रॉब्लमेटिक है? उत्तर प्रदेश के बाद सबसे बिग स्टेट महाराष्ट्र है, 48 पार्लियामेंट द सीट है, पहले बिहार होंदा सी। प्रधानमंत्री इमीडिएटली सैटरडे नु किसान रैली नु एड्रेस करके आए ने उत्तर प्रदेश दे विच 54 बिहार सी आफ्टर पार्टीशन ऑफ बिहार, उत्तर प्रदेश के बाद महाराष्ट्र, यूपी इको महीने दे विच थर्ड टाइम। और कहीं ना कहीं उत्तर प्रदेश में जो बाई इलेक्शन रिजल्ट आए हैं, बसपा सपा गठजोड़, कहीं ना कहीं प्राइम मिनिस्टर को महाराष्ट्र, उत्तर प्रदेश, बंगाल, जेडी गल तुसी कर रहे हो, इट लीड्स टू वन क्वेश्चन हमीर जी कि जिस किस्म का माहौल पार्लीमेंट में देखने में आया, वो आलमोस्ट प्रेजिडेंशियल डिबेट वांग सी, इट इज क्लीयरली राहुल वर्सेस मोदी जे बना देता। की तुहानूं नहीं जापदा कि मोदी साहब तां इह चाहणगे कि इसे किस्म नाल ही होवे, इसे करके वो निशाना राहुल ते लगांदे रहे, क्योंकि जे इस किस्म नाल होएगा तां पूरे देश दे विच राहुल वर्सेस मोदी इलैक्शन होएगी 543 सीटां दे उत्ते, ते कांग्रेस नूं तां फायदा तां है जे हर सीट दे उत्ते इलैक्शन होवे। जे 543 इलैक्शनां होणगीਆਂ
ਤੇ ਫਿਰ ਕਈ ਕਿਸਮ ਦੇ ਮੁੱਦੇ ਆਣਗੇ, ਤੇ ਜੇ ਇੱਕੋ ਹੀ ਇਲੈਕਸ਼ਨ ਹੋਵੇਗੀ ਮੋਦੀ ਵਰਸਸ ਰਾਹੁਲ ਤਾਂ ਫਿਰ 2014 ਚ ਬਣਿਆ, 2014 ਚ ਤਜਰਬਾ ਹੋਇਆ ਜੀ ਮੋਦੀ ਵਰਸਸ ਰਾਹੁਲ ਜੀ। ਸੋ ਵਾਈ ਇਜ਼ ਰਾਹੁਲ ਮੇਕਿੰਗ दैट मिस्टेक? ਸੋ ਰਾਹੁਲ ਇਹ ਗਲਤੀ ਦੁਬਾਰਾ ਕਿਉਂ ਕਰ ਰਿਹਾ? ਔਰ ਇਹ ਸਾਰੇ ਰਲ ਕੇ ਇਸ ਲਈ ਕਰ ਰਹੇ ਨੇ ਕਿ ਕੋਈ ਕੈਂਡੀਡੇਟ ਮਰਜ ਹੋਵੇ ਕਿਸੇ ਲੈਵਲ ਦਾ। ਸਵਾਲ ਇਹ ਹੈ ਵੀ ਇੱਥੇ ਘੱਟੋ ਘੱਟ ਹੁਣ ਤੁਸੀਂ ਸਰੀਨ ਸਾਹਿਬ ਨਾਲ ਸਹਿਮਤ ਹੋ ਰਹੇ ਹੋ? ਘੱਟੋ ਘੱਟ ਨਹੀਂ, ਘੱਟੋ ਘੱਟ 29-30 ਸਟੇਟਾਂ ਜਿਹੜੀਆਂ ਨੇ ਉਹ ਸਾਰੇ ਇੰਪੈਕਟਡ ਨੇ। ਡਾਈਵਰਸਿਫਾਈ ਸਾਰਾ ਕੰਟਰੀ ਹੈ ਟੋਟਲ, ਉੱਥੇ ਅਲੱਗ-ਅਲੱਗ ਜਾਤ ਧਰਮ ਨਸਲ ਸਾਰਾ ਕੁਝ ਹੈ, ਤੇ ਇੱਥੇ ਸਟੇਟ ਵਾਈਜ਼ ਸੋਚ ਕੇ ਵੀ ਇਲੈਕਸ਼ਨ। ਇਸ ਲਈ ਜਿਹੜਾ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਦਾ ਕਨਸੈਪਟ ਹੈ, ਇਹ ਕਨਸੈਪਟ ਆਪਣੇ ਆਪ ਹੀ ਇਸ ਪਲੂਰਲਿਟੀ ਦੇ ਖਿਲਾਫ ਹੈ, ਮਤਲਬ ਬਹੁਵਾਦ ਦੇ ਖਿਲਾਫ ਹੈ ਉਸ ਐਂਗਲ ਤੋਂ। ਔਰ ਜਿਹੜੀ ਇਹ ਗੱਲ ਹੈ ਕਿ ਸ਼ਾਇਦ ਉਹ ਬਹੁਤ ਸਟੇਟਾਂ ਭੰਗ ਕਰ ਦੇਣਗੇ, ਭੰਗ ਕਰਕੇ ਇੱਕੋ ਵਾਰ ਕਰਾ ਲੈਣਗੇ, ਇਹ ਨਹੀਂ ਹੈ ਕਨਸਟੀਟਿਊਸ਼ਨਲੀ ਨਹੀਂ, ਇਹ ਸੰਭਵ ਹੀ ਨਹੀਂ ਹੈ, ਕਿਉਂਕਿ ਜੇ ਇਹ ਤਾਂ ਹੋਣਾ ਹੈ ਜੇ ਸਾਰੇ ਸਹਿਮਤ ਹੋਣ, ਜਿਹਨਾਂ ਮਸਲੀ ਹੋਏਗਾ ਤਾਂ ਹੋਣਾ ਨਹੀਂ ਤਾਂ ਹੋਣਾ ਮਸਲੀ ਹੋ ਜਾਣਾ ਸਾਰਾ। ਮੈਂ ਇੱਕ ਗੱਲ ਤੁਹਾਨੂੰ ਹੋਰ ਪੁੱਛਣਾ ਚਾਹੁੰਦਾ ਸੀਗਾ ਕਿ ਇੱਕ ਹੋਰ ਰਿਕਰੂਟਮੈਂਟ ਮੋਦੀ ਸਾਹਿਬ ਇਮੀਡੀਏਟਲੀ ਕਰ ਲੈਂਦੇ ਨੇ ਡਿਬੇਟ ਦੇ ਵਿੱਚ ਕਿ ਉਹ ਹਿੰਦੁਸਤਾਨ ਦੀ ਆਰਮੀ ਨੂੰ ਆਪਣੇ 'ਚ ਸ਼ਾਮਿਲ ਕਰ ਲੈਂਦੇ ਨੇ। ਉਹ ਚੱਟ ਜਿਹੜਾ ਮੁੱਦਾ ਇਹ ਬਣਾ ਦਿੰਦੇ ਨੇ ਕਿ ਤੁਸੀਂ ਇਹ ਜੁਮਲਾ ਸਟ੍ਰਾਈਕ ਸ਼ਬਦ ਕਿੱਦਾਂ ਵਰਤਿਆ, ਤੁਸੀਂ ਸਰਜੀਕਲ ਸਟ੍ਰਾਈਕ ਨੂੰ ਬਦਨਾਮ ਕਰ ਰਹੇ ਹੋ, ਤੁਸੀਂ ਹਿੰਦੁਸਤਾਨ ਦੀ ਆਰਮੀ ਦੇ ਜਵਾਨ ਦੀ ਇਨਸਲਟ ਕਰ ਰਹੇ ਹੋ, ਮੈਂ ਇਹ ਕਦੀ ਨਹੀਂ ਸਵਾਂਗਾ। ਸੋ ਸਡਨਲੀ ਮੋਦੀ ਬਿਕਮਸ ਆਰਮੀ, ਮੋਦੀ ਬਿਕਮਸ ਇੰਡੀਆ, ਜਿਵੇਂ ਕਦੀ ਇੰਦਰਾ ਇੰਡੀਆ ਹੁੰਦੀ ਸੀ। ਤੁਹਾਨੂੰ ਲੱਗਦਾ ਕਿ ਉਹ ਜਿਹੜੀਆਂ ਟੈਂਡੈਂਸੀਜ਼ ਨੇ ਸਟਰੋਂਗ ਲੀਡਰ ਵਾਲੀਆਂ, ਉਹ ਸਾਡੀ ਪਾर्ट ਅਸੀਂ ਵੀ ਆਰ ਡੂਮਡ ਟੂ ਲਿਵ ਵਿਦ ਇਟ, ਇਹਦੇ ਨਾਲ ਰਹਿਣਾ ਹੀ ਪਏਗਾ ਸਾਨੂੰ। नहीं, ये बहुत ही दुर्भाग्यपूर्ण है कि अगर कोई भी पार्टी मैं तो समझता हूँ कि बीजेपी और कांग्रेस दोनों कर रही है, अगर सेना को लाया जाए, क्योंकि हमारा ये सौभाग्य रहा। नेहरू का मैं इसलिए बहुत मतलब इस मामले में नेहरू को मैं अप्रिशिएट करता हूँ कि नेहरू ने ये सबक सीखा, उन्होंने ब्रिटिश कॉलोनियल सिस्टम को बनाए रखा, आर्मी को लीडरशिप ने। नेहरू जब मैं कहता हूँ तो नेहरू आजाद सभी आते हैं, उन्होंने आर्मी को, आर्म फोर्सेस को सिविलियन अथॉरिटी के अंदर रखा और आर्म फोर्सेस को सिविल सोसाइटी से अलग रखा, जो कि बहुत सही, जो कि पाकिस्तान में नहीं हुआ। आप देखते हैं 1956 में पाकिस्तान में अयूब खान आ जाते हैं। अब मैं एक चीज कहना चाह रहा हूं, जब हम पहले पार्टीज की बात करते हैं ना, जब हम राजनीति, जब क्लासरूम में हम पॉलिटिकल पार्टी पढ़ाते हैं तो हम 3 चीजों पर ध्यान देते हैं। हम संगठन की बात करते हैं, हम विचारधारा की बात करते हैं, हम जनाधार की बात करते हैं। लेकिन अब मुझे लग रहा है कि आज भारतीय राजनीति में लीडरशिप, जो नेतृत्व है, उसका बहुत ज्यादा रोल बढ़ता जा रहा है। ऐसा इसलिए हो रहा है कि हर एक पार्टी में इंटरनल डेमोक्रेसी है ही नहीं, हर एक पार्टी में एक व्यक्ति है, और ये दुर्भाग्य है कि भारतीय जनता पार्टी, राहुल गांधी को डिफेंड करना होता है, हर बीजेपी कल नरेंद्र मोदी को डिफेंड करना होता है। अब भारतीय जनता पार्टी में भी आप देखते हैं, हमारे सारी पार्टियां, आपकी पार्टी में भी हम देखते हैं कि मोदी सरकार, ये व्हाट इज दिस इज अ वेरी अनयूजुअल मुलायम सरकार है, क्योंकि जयललिता सरकार है, ममता बनर्जी देखिए, दो पार्टियां, दो पॉलिटिकल पार्टियों से कम डेमोक्रेसी की उम्मीद थी, भारतीय जनता पार्टी और कांग्रेस से। रीजनल पार्टियों से कोई जरूरत नहीं है, रीजनल पार्टियों से कोई उम्मीद नहीं करते। देखिए, जब तक भारतीय जनता पार्टी का सवाल है, पूरा डेमोक्रेटिक, हमारा हर 3 साल बाद तो अध्यक्ष चेंज हो जाता है। आगे सर, इट इज नॉट 1%। आगे सर, ठीक है। दूसरी चीज ਜਿਹੜੀ ਸੀਗੀ ਮੈਂ ਗੱਲ ਕੀਤੀ ਹੈ, पॉइंट आ गया मेरे को, बिल्कुल समा खत्म है। हर बार अध्यक्ष चेंज ਹੁੰਦਾ ਰਿਹਾ, बीजेपी ਦਾ बीजेपी ਨੂੰ ਪਾਰਟੀ ਵਿਦ ਡਿਫਰੈਂਸ ਕਹਿੰਦੇ ਸੀ। ਹੁਣ ਮੇਰਾ ਖਿਆਲ ਕੱਲ ਜਿਹੜਾ ਸਾਰੇ ਖਤਮ, ਜਿਹੜਾ ਨੋ ਕੌਨਫੀਡੈਂਸ ਡਿਬੇਟ ਦੇ ਉੱਤੇ ਸਾਰੇ ਕਾਂਗਰਸ ਦੇ ਕਰਪਟ ਇੱਥੇ ਸ਼ੁੱਧ ਹੋ ਜਾਂਦੇ ਨੇ ਆਊਟ ਆਫ ਟਾਈਮ। ਜਿਹੜਾ ਨੋ ਕੌਨਫੀਡੈਂਸ ਡਿਬੇਟ ਦੇ ਉੱਤੇ ਚਰਚਾ ਸੀ, ਉਹਦੇ ਇੱਕ ਗੱਲ ਤਾਂ ਕਲੀਅਰ ਮੈਨੂੰ ਲੱਗ ਰਹੀ ਸੀ, ਹੋ ਸਕਦਾ ਮੈਂ ਗਲਤ ਹੋਵਾਂ ਤੇ ਤੁਹਾਨੂੰ ਕਹਿਣਾ ਬੜਾ ਮੁਸ਼ਕਲ ਹੋਏਗਾ ਜੇ ਮੈਂ ਗਲਤ ਹੋਇਆ ਵੀ, ਕਿ ਸਨ 2024 ਤੱਕ ਦਾ ਤੁਹਾਡਾ ਪ੍ਰਾਈਮ ਮਿਨਿਸਟਰ ਕੈਂਡੀਡੇਟ ਤੇ ਡਿਕਲੇਅਰ ਹੋਈ ਗਿਆ ਉਸ ਪਾਰਟੀ ਦਾ। ਅਸੀਂ ਤਾਂ ਨਹੀਂ ਪਤਾ ਲੱਗਦਾ ਹੁੰਦਾ ਕਿ ਕੌਣ ਹੈ। हाँ, ये सच्चाई है। नहीं, ये सच्चाई कह रहे नहीं, ਅਸੀਂ ਤਾਂ ਪਹਿਲੇ ਕਹਿ ਰਹੇ ਹਾਂ ਕਿ 2019 ਵਾਸਤੇ ਮੈਨੂੰ ਕੰਟੈਕਟ ਨਾ ਕਰ ਦੇਣਾ, ਅਮਿਤ ਸ਼ਾਹ ਜੀ ਦੇਖ ਸਕਦੇ ਨੇ ਡਿਬੇਟ। ਮੈਂ ਕਹਿੰਦਾ ਮੋਦੀ ਜੀ ਹੀ ਸਾਡੇ ਪ੍ਰਾਈਮ ਮਿਨਿਸਟਰ ਕੈਂਡੀਡੇਟ ਨੇ, ਅਸੀਂ ਤਾਂ ਕਹਿ ਰਹੇ ਹੈਗੇ। ਛੁਪੇ ਹੋਏ ਕੈਂਡੀਡੇਟ ਗਡਕਰੀ ਸਾਹਿਬ ਨੇ, ਕੋਈ ਛੁਪਾ ਨਹੀਂ ਹੈ, गडकरी साहब आउट ऑफ टाइम, एब्सोल्युटली आउट ऑफ टाइम। प्रॉब्लम तो ये है कि रीजनल पार्टी अनिल सरीन जी, एब्सोल्युटली राहुल को एक्सेप्ट करने को तैयार नहीं है, राहुल छोड़ने को तैयार नहीं है। सरीन साहब, शरद पवार जी भी तैयार है। सरीन साहब, दिस डजंट गो, बिल्कुल समा नहीं है। मैं ਹੁਣ ਕਿਸ ਗੱਲ ਨਾਲ ਕਵਾਂ, ਇਹਦੇ ਨਾਲ ਖਤਮ ਕਰੀਏ ਕਹਿ ਕੇ ਕਿ ਇਹਦਾ ਮੈਨੂੰ ਨਹੀਂ ਕੀ ਮਤਲਬ ਹੁੰਦਾ ਹੈ ਕਿ ਮੈਂ ਸਭ ਨੂੰ ਦੇਖ ਰਿਹਾ तो मैं किसी को छोड़ने वाला नहीं हूँ। कौन डर जाए, या इतना खत्म करिए जी किस तरह करीदा है।